ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜੋ ਸਮਾਂ ਕੱਢ ਕੇ ਆਪ ਜੀ ਬੈਠਕ ਵਿੱਚ ਸ਼ਾਮਲ ਹੁੰਦੇ ਹੋ। ਇਹ ਬੈਠਕ ਦਾ ਜਿਹੜਾ ਪਰਪਸ ਹੈ ਉਹ ਇਹੀ ਹੈ ਵੀ ਅਸੀਂ ਇਮਾਨਦਾਰੀ ਦੇ ਨਾਲ, ਦਿਆਨਤਦਾਰੀ ਦੇ ਨਾਲ, ਪ੍ਰੇਮ ਭਾਵ ਦੇ ਨਾਲ ਗੁਰਬਾਣੀ ਨਾਲ ਸਾਂਝ ਪਾਈਏ। ਇਹ ਕੋਈ ਮੇਰੀ ਮੀਟਿੰਗ ਨਹੀਂ ਹੈ, ਇਹ ਸਿਰਫ ਤੇ ਸਿਰਫ ਗੁਰਬਾਣੀ ਨਾਲ ਸਾਂਝ ਹੈ। ਔਰ ਹਰ ਕੋਈ ਆਜ਼ਾਦ ਹੈ ਜਿਹੜਾ ਸਾਂਝ ਪਾਉਣੀ ਚਾਹ ਰਿਹਾ, ਜਿਹਦੇ ਕੰਨ ਉਹ ਗੱਲਾਂ ਸੁਣ ਸਕਦੇ ਨੇ ਜਿਹੜੀਆਂ ਗੁਰਬਾਣੀ ਨੇ ਕਹੀਆਂ ਨੇ। ਮੈਂ ਇਹ ਤਾਂ ਅੱਜ ਲਫ਼ਜ਼ ਵਰਤ ਰਿਹਾ ਕਿਉਂਕਿ ਇੱਕ ਗੱਲ ਮੈਂ ਬਿਲਕੁਲ ਸਪਸ਼ਟ ਕਰ ਦਿਆਂ ਅੱਜ ਕਿ ਜੋ ਵੀ ਅਸੀਂ ਸਿੱਖ ਧਰਮ ਸਮਝ ਕੇ ਆਪਣੇ ਕੰਮ ਕਾਜ ਵਿਹਾਰ ਨੇਮ ਮਰਿਆਦਾ ਸੰਜਮ ਜੋ ਵੀ ਅਸੀਂ ਆਪਣਾ ਰੂਟੀਨ ਬਣਾਇਆ ਜਾਂ ਜੋ ਵੀ ਸਾਡੇ ਰੀਤੀ ਰਿਵਾਜ ਨੇ ਧਰਮ ਨੂੰ ਲੈ ਕੇ, ਗੁਰਬਾਣੀ 95% ਉਹ ਚੀਜ਼ਾਂ ਰਿਕਮੈਂਡ ਨਹੀਂ ਕਰਦੀ, ਗੁਰਬਾਣੀ ਰਿਕਮੈਂਡ ਨਹੀਂ ਕਰਦੀ। ਔਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਵੀ ਆਪਾਂ ਜ਼ਿਕਰ ਜਿੱਥੇ ਜਿੱਥੇ ਕੋਈ ਚੀਜ਼ ਆਏਗੀ, ਜਿੱਥੇ ਜਿੱਥੇ ਕੋਈ ਲਫ਼ਜ਼ ਆਏਗਾ, ਕੋਈ ਟੌਪਿਕ ਆਏਗਾ, ਕੋਈ ਵਿਸ਼ਾ ਆਏਗਾ, ਅਸੀਂ ਉੱਥੇ ਉੱਥੇ ਥੋੜ੍ਹਾ ਥੋੜ੍ਹਾ ਟੂਕ ਮਾਤਰ ਕਹਿੰਦੇ ਚੱਲਾਂਗੇ। ਇੱਕ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਪੋਥੀ ਦੇ 228 ਨੰਬਰ ਪੇਸ਼ ਇਹ ਬਹੁਤ ਸੌਖਾ ਅੱਗੀ ਨੇ ਕਰਨੀ ਇਹ ਵੀ ਇੰਪੋਰਟੈਂਟ ਗੱਲ ਨੀਅਤ ਤੇ ਨੌ ਵਿਚਾਰ ਇਹ ਵੀ, ਲੇਕਿਨ ਉਹ 9 ਵਜੇ ਦਾ ਜਾਂ ਨਾ ਜ਼ਰੂਰੀ ਹੈ ਕਿਉਂਕਿ ਉਹ ਕਰਕੇ ਦੇ ਉੱਤੇ ਕਿ ਥੋੜਾ ਮੈਂ ਉਸ ਪ੍ਰੈਕਟਿਸ ਇਹ ਆਪਾਂ ਇਹ ਸਾਲ ਤੋਂ ਜ਼ੋਰ ਆ ਰਹੇ ਹਾਂ ਕਿ ਬੈਠ ਕੇ ਆਪ ਇਹ ਸ਼ਬਦ ਕਰਨ ਲੱਗਾ ਬੜੀ ਮਹੱਲ ਪਤਾ ਕੀ ਦੇ ਸ਼ਬਦ ਉਹ ਸ਼ੁਰੂ ਆਮ ਨਾ ਤੋਂ ਆਗ ਤੁਮ ਉਹ ਵਾਹਿਗੁਰੂ ਕਹਿੰਦੇ ਜਿਹੜਾ ਨਾਸ ਨਹੀਂ ਕਰ ਉਹ ਤੁਹਾਡੀ ਅਭਾਗ ਜੋ ਪ੍ਰਭ ਕਹਿੰਦੇ ਉਹ ਪੁਰਖ ਹੈ, ਉਹ ਸਾਨੂੰ ਜੁਗਾਂ ਜੁਗਾਂ ਦਾਤਾਂ ਦਿੰਦਾ ਆ ਰਿਹਾ। ਹੁਣ ਇਹ ਦਾਤਾਂ ਦੁਨਿਆਵੀ ਦਾਤਾਂ ਨੂੰ ਆਪਾਂ ਮੱਦੇ ਨਜ਼ਰ ਨਹੀਂ ਰੱਖਣਾ ਇੱਥੇ, ਬਈ ਧਨ ਚੰਗਾ
ਕਾਰੋਬਾਰ ਚੰਗਾ, ਧੀਆਂ ਪੁੱਤ ਪਰਿਵਾਰ ਚੰਗਾ, ਜਾਂ ਹੋਰ ਦੁਨੀਆ ਦੇ ਜੋ ਵੀ ਸੁੱਖ ਆਰਾਮ ਨੇ ਉਹਨਾਂ ਨੂੰ ਦਾਤਾਂ 'ਚ ਨਾ ਗਿਣਿਆ ਕਰੋ। ਕਿਉਂਕਿ ਲਫ਼ਜ਼ ਆਇਆ ਸੀ ਗੁਰਪ੍ਰਸਾਦ। ਅੱਜ ਥੋੜ੍ਹਾ ਖੋਲਾਂਗੇ। ਕਾਫੀ ਸਾਨੂੰ 4-5 ਬੈਠਕਾਂ ਅਸੀਂ ਇਹਦੇ 'ਤੇ ਲਾ ਦਿੱਤੀਆਂ ਨੇ। ਪਹਿਲੇ ਇੱਕ ਉਹ ਜਿਹੜਾ ਅੱਗੇ ਸਰੂਪ ਹੈ, ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ। ਅੱਜ ਆਪਾਂ ਥੋੜ੍ਹਾ ਜਿਹਾ ਜਪ ਦੇ ਉੱਤੇ ਗੱਲ ਕਰਕੇ ਤੇ ਅੱਗੇ ਚੱਲਾਂਗੇ। ਪਾਤਸ਼ਾਹ ਕਹਿੰਦੇ ਰਾਮ ਨਾ ਜਪੋ ਅਭਾਗ ਤੁਮਾਰਾ। ਤੂੰ ਨਾਮ ਜਪਣ ਵਾਲੇ ਪਾਸੇ ਨਹੀਂ ਆਇਆ, ਨਾਮ ਜਪਣ ਵਾਲੇ ਰਸਤੇ ਤੇ ਨਹੀਂ ਤੁਰਿਆ, ਇਹ ਤੇਰਾ ਅਭਾਗ ਹੈ। ਔਰ ਇਹ ਯਕੀਨ ਜਾਣਿਓ ਸਾਡੇ ਸਾਰਿਆਂ ਦਾ ਅਭਾਗ ਹੈ। ਇਹ ਗੱਲ ਅੱਜ ਵੀ ਉਸੇ ਤਰ੍ਹਾਂ ਹੀ ਵਰਤ ਰਹੀ ਹੈ। ਅਸੀਂ ਸੌਖੀਆਂ ਚੀਜ਼ਾਂ ਜਿਹੜੀਆਂ ਨੇ ਕੀਰਤਨ ਲਿਆ ਜਾਂ ਹੋਰ ਕਰ ਲਈ, ਸਾਰਾ ਕੁਝ ਸਾਹਮਣੇ लेके आए नाम अभ्यास प्राण ਦੇ ਵਿੱਚ ਨਾ ਆਉਣਾ ਪਏ, ਜੂਨਾਂ 'ਚ ਨਾ ਭਟਕਣਾ ਪਏ। ਇਹਦੇ ਅਰਥ ਬੜੇ ਲੋਕ ਹੋਰ ਤਰ੍ਹਾਂ ਕਰਦੇ ਨੇ, ਲੇਕਿਨ ਆਪਾਂ ਗੁਰਬਾਣੀ 'ਚੋਂ ਗੁਰਬਾਣੀ ਦੀਆਂ ਐਗਜ਼ਾਮਪਲਸ ਲੈ ਕੇ ਇਹਨਾਂ ਚੀਜ਼ਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਅਭਾਗੇ ਨਹੀਂ ਹਾਂ। ਸਾਨੂੰ ਲੱਗ ਗਿਆ ਪਤਾ ਕਿ ਅਸੀਂ ਨਾਮ ਜਪਣਾ, ਸ਼ਬਦ ਅਭਿਆਸ ਬੜਾ ਇੰਪੋਰਟੈਂਟ ਹੈ ਸਾਡੇ ਇਸ ਜਨਮ ਵਾਸਤੇ। ਸੋ ਇਹ ਹੀ ਗੁਰਪ੍ਰਸਾਦ ਹੈ। ਗੁਰੂ ਦੀ ਕਿਰਪਾ ਇਹੀ ਹੈ ਕਿ ਅਸੀਂ ਨਾਮ ਜਪਣ ਵਾਲੇ ਪਾਸੇ ਲੱਗ ਗਏ। ਔਰ ਇਹ ਜਿਹੜੀਆਂ ਬਾਕੀ ਚੀਜ਼ਾਂ ਜੋ ਟਕਵੰਜ ਸਨਾਤਨ ਚੋਂ ਨਿਕਲ ਕੇ ਸਾਡੇ ਅੰਦਰ ਵੜ ਗਿਆ, ਅਰਦਾਸਾਂ ਕਰਨੀਆਂ, ਚੀਜ਼ਾਂ ਮੰਗਣੀਆਂ, ਆਹ ਦੇ ਦਿਓ ਜੀ, ਆਹ ਦੇ ਦਿਓ, ਠੀਕ ਹੈ, ਉਹ ਇੱਕ ਸਿਸਟਮ ਚੱਲਿਆ, ਉਹ ਠੀਕ ਹੈ। ਉਹ ਗ੍ਰੰਥੀ ਸਿੰਘਾਂ ਦਾ ਜਾਂ ਕਥਾਵਾਚਕਾਂ ਦਾ ਜਾਂ ਰਾਗੀ ਸਿੰਘਾਂ ਦਾ ਇੱਕ ਕਾਰੋਬਾਰ ਬਣ ਚੁੱਕਾ ਹੈ। ਲੇਕਿਨ ਇਹਦੇ ਨਾਲ ਆਪਾਂ ਕਿਤੇ ਪਹੁੰਚਾਂਗੇ ਨਹੀਂ, ਕਿਤੇ ਵੀ ਨਹੀਂ ਪਹੁੰਚਾਂਗੇ। ਸੋ ਜਿਹੜੀ ਇਹ ਸ਼ਬਦ ਨੋਟ ਕਰ ਲੈਣੇ ਆ ਜਿਹੜੇ ਮੈਂ ਵਿੱਚ ਬੋਲਦਾ ਹੁੰਦਾ। ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ। ਇਹਨਾਂ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਤਰੀਕੇ ਅਸੀਂ ਪਿੱਛੇ ਸਾਰੇ ਦੇਖ ਆਏ ਹਾਂ ਵੀ ਆਪਾਂ ਬਾਣੀ ਨੂੰ ਕਿਸ ਤਰ੍ਹਾਂ ਖੋਲ੍ਹਣਾ ਹੈ। ਹੁਣ ਜਿਹੜਾ ਲਫ਼ਜ਼ ਹੈ ਜਪ ਹੈ, ਜੱਜਾ ਪੱਪਾ ਤੇ ਪੱਪੇ ਨੂੰ ਔਂਕੜ, ਜਿਹਨੂੰ ਕਿਹਾ ਹੈ ਕਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਫਿਰ ਜਿਸ ਪ੍ਰਸਾਦ ਹਰ ਹਰ ਜਪ ਜਪਨੇ, ਕੁਰਬਾਨ ਜਾਈ ਗੁਰ ਪੂਰੇ ਆਪਣੇ। ਹੁਣ ਇਹ ਇੱਥੇ ਹੁਕਮ ਹੈ, ਜਿੱਥੇ ਪੱਪੇ ਨੂੰ ਔਂਕੜ ਆ ਰਿਹਾ ਹੈ ਉੱਥੇ ਨਿਰੋਲ ਨਾਮ ਅਭਿਆਸ ਦਾ ਹੁਕਮ ਹੈ। ਉੱਥੇ ਹੋਰ ਕੋਈ ਦੂਸਰੀ ਗੱਲ ਨਹੀਂ ਹੈ। ਔਰ ਇਹ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇਹ ਚੀਜ਼ ਲਾਗੂ ਹੋਏਗੀ, ਜਿੱਦਾਂ ਆਪਾਂ ਪਹਿਲਾਂ ਦੱਸਦੇ ਆ ਰਹੇ। ਹੁਣ ਇੱਕ ਸ਼ਬਦ ਹੋਰ ਹੈ, ਮੈਂ ਨਾਲ ਪੈਰਲਲ ਸ਼ਬਦ ਚਲਾਊਂਗਾ, ਕਿਉਂਕਿ ਇਹ ਸ਼ਬਦਾਂ ਨੂੰ ਸਮਝਣ ਵਾਸਤੇ ਕੋਈ ਜਿੱਦਾਂ ਉਹ ਪੰਜਾਬੀ ਦੀ ਕਹਾਵਤ ਹੈ ਕਿ ਅੱਧਾ ਬਿਸਮਿਲ੍ਲਾ ਲੈ ਕੇ ਨਹੀਂ ਅਸੀਂ ਤੁਰਨਾ, ਅਸੀਂ ਗੱਲ ਪੂਰੀ ਕਰਕੇ ਫਿਰ ਅੱਗੇ ਤੁਰਨਾ। ਤਾਈਓ ਦੇਖੋ ਅੱਜ ਮੇਰੇ ਖਿਆਲ 5ਵੀਂ 6ਵੀਂ ਬੈਠਕ ਹੈ। ਅੱਜ ਜਪ ਦੇ ਉੱਤੇ ਹੀ ਅਸੀਂ ਅਜੇ ਵਿਚਾਰ ਕਰਦੇ ਆ ਰਹੇ ਹਾਂ। ਆਹ ਦੇਖੋ, ਆਹ ਜਪ ਦਾ ਅੱਖਰ ਹੈ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ, ਜੱਜਾ ਪੱਪਾ ਪੱਪੇ ਨੂੰ ਔਂਕੜ। ਹੁਣ ਇਹਦੇ ਬਾਬਤ ਥੋੜ੍ਹਾ ਜਿਹਾ ਆਪਾਂ ਖੋਲ ਕੇ ਆਪਾਂ ਸਿਹਾਰੀ ਵਾਲੇ ਪਾਸੇ ਆਵਾਂਗੇ। ਜੱਜਾ ਪੱਪਾ ਪੱਪੇ ਨੂੰ ਸਿਹਾਰੀ ਬੜੇ ਧਿਆਨ ਨਾਲ ਇਹ ਚੀਜ਼ਾਂ ਆਪ ਜੀ ਨੇ ਸਰਵਣ ਕਰਨੀਆਂ ਨੇ। ਔਰ ਦੇਖੋ,
ਇਹ ਮੇਰੀ ਕੋਸ਼ਿਸ਼ ਹੈ, ਮੇਰਾ ਸ਼ੁਰੂ ਤੋਂ ਹੀ ਮੈਂ ਇਹ ਕਹਿ ਰਿਹਾ ਕਿ ਬਾਣੀ ਨੂੰ ਆਪ ਵਿਚਾਰਨਾ ਸੀ। ਪਰ ਚਲੋ ਕਿਸੇ ਤੋਂ ਇੰਸਪਾਇਰ ਹੋ ਕੇ, ਕਿਸੇ ਤੋਂ ਆਪਾਂ ਸਿੱਖਿਆ ਲੈ ਕੇ, ਐਜੂਕੇਸ਼ਨ ਲੈ ਕੇ, ਐਜੂਕੇਸ਼ਨ ਔਰ ਜਿਹੜੀ ਆ ਕੁਆਲੀਫਿਕੇਸ਼ਨ ਦੇ ਵਿੱਚ ਫ਼ਰਕ ਹੁੰਦਾ। ਕੁਆਲੀਫਿਕੇਸ਼ਨ ਪੜ੍ਹ ਕੇ ਤੁਸੀਂ 5 ਸਾਲ 6 ਸਾਲ 10 ਸਾਲ ਮਿਹਨਤ ਕਰਕੇ ਡਿਗਰੀ ਹਾਸਲ ਕਰਦੇ ਹੋ। ਜਿਹੜਾ ਐਜੂਕੇਸ਼ਨ ਹੈ ਇਹ ਇੱਕ ਇਲਿਟਰੇਟ ਹੋ ਸਕਦਾ। ਜਿਹੜਾ ਇਲਿਟਰੇਟ, ਜਿਹਦੇ ਕੋਲ ਕੋਈ ਕੁਆਲੀਫਿਕੇਸ਼ਨ ਨਹੀਂ ਹੋਏਗੀ, ਉਹ ਵੀ ਬੰਦਾ ਐਜੂਕੇਟ ਹੋ ਸਕਦਾ। ਉਹਨੂੰ ਵੀ ਦੁਨੀਆ 'ਚ ਰਹਿਣ ਦਾ ਤਰੀਕਾ ਸਲੀਕਾ ਆ ਸਕਦਾ। ਉਹ ਪ੍ਰੈਕਟਿਸ ਸਿੱਖਦਾ ਹੈ। ਸੋ ਅਸੀਂ ਐਜੂਕੇਟ ਹੋਣਾ ਹੈ। ਗੁਰਬਾਣੀ ਦੇ ਅੱਖਰਾਂ ਦੇ ਸਿਸਟਮ ਨੂੰ ਅਸੀਂ ਸਮਝਣਾ ਹੈ। ਹੁਣ ਇਹ ਸ਼ਬਦ ਹੈ, ਦੇਖੋ ਇਹਦੇ 'ਚ ਪ੍ਰਸਾਦ ਵੀ ਆ ਰਿਹਾ। ਜਿਹੜਾ ਗੁਰਪ੍ਰਸਾਦ ਦਾ ਲਫ਼ਜ਼ ਹੈ, ਇਹ ਇੱਕ ਧਾਰਨਾ ਬਣਾ ਲਓ ਕਿ ਅਕਾਲ ਪੁਰਖ ਦਾ ਜਿਹੜਾ ਪਰਮਾਤਮਾ ਦਾ ਜਿਹੜਾ ਗੁਰਪ੍ਰਸਾਦ ਹੈ, ਉਹ ਇਹੀ ਹੈ ਕਿ ਅਸੀਂ ਸ਼ਬਦ ਅਭਿਆਸ ਵਾਲੇ ਪਾਸੇ ਆ ਜਾਈਏ। ਇਹ ਸ਼ਬਦਾਂ 'ਚੋਂ ਸਾਨੂੰ ਗਿਆਨ ਜਿਹੜਾ ਹੌਲੀ 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 ਸਾਡੇ ਅੱਗੇ ਖੁੱਲ੍ਹਦਾ ਜਾਏਗਾ, ਕਿਉਂਕਿ ਬਹੁਤ ਵੱਡਾ ਗਿਆਨ ਹੈ। ਬਹੁਤ ਸਾਰੇ ਸ਼ਬਦ ਨੇ, ਬਹੁਤ ਸਾਰੇ ਵਿਸ਼ੇ ਨੇ, ਬਹੁਤ ਸਾਰੇ ਟੌਪਿਕ ਨੇ। ਪਰ ਹਾਂ, ਜਿਸ ਤਰ੍ਹਾਂ ਮੈਥਮੈਟਿਕਸ ਦੇ ਵਿੱਚ, ਟੋਟਲ ਮੈਥਮੈਟਿਕਸ ਦੇ ਵਿੱਚ ਇੱਕ ਇਕੁਏਸ਼ਨ ਚੱਲਦੀ ਹੈ 2 + 2 = 4 not 5। ਇਸੇ ਤਰ੍ਹਾਂ ਇਹ ਜਾਂ ਪੱਪਾ ਪੱਪੇ ਨੂੰ ਔਂਕੜ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਸੇਮ ਹੋਏਗਾ। ਜਾਂ ਪੱਪਾ ਪੱਪੇ ਨੂੰ ਸਿਹਾਰੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਸੇਮ ਹੋਏਗਾ। ਜੱਜਾ ਤੇ ਪੱਪਾ, ਕੇਵਲ ਜੱਜਾ ਤੇ ਪੱਪਾ, ਉਹ ਵੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਸੇਮ ਇੱਕੋ ਅਰਥ ਹੋਏਗਾ। ਉਹਦੇ ਵੱਖਰੇ ਅਰਥ ਨਹੀਂ ਹੋ ਸਕਣਗੇ। ਇਹ ਇੱਕ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਰਾਈਟਿੰਗ ਦਾ ਸਿਸਟਮ ਹੈ। ਹਾਂ, ਹੁਣ ਕਈ ਕਹਿ ਦਿੰਦੇ ਆ ਜੀ ਇਹ ਵਿਆਕਰਣ ਵਿਆਕਰਣ ਵਿਆਕਰਣ। ਅੱਛਾ, ਵਿਆਕਰਣ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ ਗਿਆ ਵੀ ਇਹਨੂੰ ਇੱਦਾਂ ਪੜ੍ਹਨਾ, ਇਹਨੂੰ ਇੱਦਾਂ ਪੜ੍ਹਨਾ, ਇਹਨੂੰ ਇੱਦਾਂ ਪੜ੍ਹਨਾ। ਇਹ ਮੈਂ ਤਾਂ ਗੱਲ ਕਰਨ ਲੱਗਾ ਤਾਂ ਕਿ ਸਾਡੇ ਕੰਨ ਖੜੇ ਹੋ ਜਾਣ। ਅਸੀਂ ਜੋ ਸਿਸਟਮ ਜਿੱਦਾਂ ਚੱਲ ਰਿਹਾ, ਜਿੱਦਾਂ ਆਪ ਜੀ ਗੁਰਬਾਣੀ ਪੜ੍ਹ ਰਹੇ ਹੋ, ਉਸੇ ਤਰ੍ਹਾਂ ਠੀਕ ਹੈ। ਲੇਕਿਨ ਗੁਰਬਾਣੀ ਦੇ ਦਰਸ਼ਨ ਜ਼ਰੂਰ ਕਰਨੇ ਆ। ਜਦੋਂ ਪੜ੍ਹਨਾ ਹੈ ਨਾ, ਉਹਨੂੰ ਮਤਲਬ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿ ਸ਼ਬਦ ਨੂੰ ਰੱਟੇ ਲਾ ਕੇ ਉਹਨੂੰ ਯਾਦ ਕਰੋ। ਉਹਨੂੰ ਆਪਣੇ ਅੰਦਰ ਢਾਲਣ ਦੀ ਕੋਸ਼ਿਸ਼ ਕਰਨੀ ਹੈ ਜ਼ਿਆਦਾ। ਜੇ ਆਪ ਜੀ ਠੀਕ ਸਮਝਦੇ ਹੋ, ਸਮਾਂ ਹੈ, ਗੁਰਬਾਣੀ ਪੜ੍ਹੋ, ਯਾਦ ਕਰੋ। ਪਰ ਇੱਕ ਮੈਂ ਮੁੱਖ ਗੱਲ ਫਿਰ ਮੈਂ ਕਹਿਦਾ, ਰਿਪੀਟ ਕਰਦਾ, ਬਟ ਨਾਟ ਐਟ ਦਾ ਕਾਸਟ ਆਫ ਯੋਰ ਟਾਈਮ ਆਫ ਨਾਮ ਅਭਿਆਸ। ਨਾਮ ਅਭਿਆਸ ਦੀ ਲਾਗਤ ਤੇ ਅਸੀਂ ਦੂਜਾ ਕੋਈ ਕੰਮ ਨਹੀਂ ਕਰਨਾ, ਕਿਉਂਕਿ ਇੱਕੋ ਹੀ ਕੰਮ ਸਾਨੂੰ ਸਾਰੀ ਗੁਰਬਾਣੀ 'ਚ ਕਰਨ ਲਈ ਕਿਹਾ ਗਿਆ ਹੈ। ਅੱਛਾ, ਇਹ ਸ਼ਬਦ ਹੈ ਕੁਰਬਾਨ ਅਣਾਣੇ ਨੂੰ ਔਂਕੜ ਜਾਈ ਗੁਰ ਪੂਰੇ ਆਪਣੇ। ਹੁਣ ਵਾਰੀ ਜਾਣਾ, ਬਲਿਹਾਰੀ, ਘੁੰਮ ਘੁੰਮ, ਕਈ ਤਰ੍ਹਾਂ ਦੇ ਲਫ਼ਜ਼ ਆਉਣਗੇ। ਇਹ ਅਣਾਣੇ ਨੂੰ ਜਦੋਂ ਔਂਕੜ ਆ ਗਿਆ, ਉਹ ਕੁਰਬਾਨ ਜਾਣ ਦਾ ਮਤਲਬ ਇਹੀ ਹੈ ਕਿ ਅਸੀਂ ਨਾਮ ਦੇ ਵਿੱਚ ਜੁਟੀਏ। ਕਿੱਦਾਂ ਕੁਰਬਾਨ ਕਿੱਦਾਂ ਜਾਵਾਂਗੇ? ਜਿਸ ਪ੍ਰਸਾਦ, ਜਿਹਦੀ ਕਿਰਪਾ ਦੇ ਨਾਲ ਹਰ ਹਰ ਜਪ ਜਪ, ਜਿਹਦੀ ਕਿਰਪਾ ਦੇ ਨਾਲ ਅਸੀਂ ਆਹ ਕੰਮ ਕਰਨ ਲੱਗੇ ਹਾਂ। ਦੈਟਸ ਵਾਈ ਨਾਮ ਅਭਿਆਸ ਇਜ਼ ਵੈਰੀ 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 ਇੰਪੋਰਟੈਂਟ ਕੰਮ। ਹੋਰ ਸਾਰੇ ਕੰਮ ਪਿੱਛੇ ਨੇ। ਆਪਾਂ ਉਹਨਾਂ ਨੂੰ ਇਸ ਤਰ੍ਹਾਂ ਵੀ ਨਹੀਂ ਕਹਿੰਦੇ ਰਿਜੈਕਟਿਡ, ਜਿੱਥੇ ਰਿਜੈਕਟਿਡ ਆਏਗਾ ਉੱਥੇ ਕੋਸ਼ਿਸ਼ ਕਰਾਂਗੇ, ਬਟ ਆਪਾਂ ਇਸ ਤਰ੍ਹਾਂ ਕਹਿਣ ਦੀ ਬੇਨਤੀ ਕਰਾਂਗੇ ਕਿ ਉਹ ਰਿਕਮੈਂਡ ਨਹੀਂ ਕੀਤੇ, ਗੁਰੂ ਸਾਹਿਬ ਨੇ ਰਿਕਮੈਂਡ ਨਹੀਂ ਕੀਤੇ। ਹੁਣ ਕੁਰਬਾਨ ਜਿੱਥੇ ਨਾਣੇ ਨੂੰ ਔਂਕੜ ਆ ਗਿਆ, ਕਿੱਦਾਂ ਗੁਰੂ ਦੇ ਕੁਰਬਾਨ ਜਾਵਾਂਗੇ? ਪ੍ਰਮਾਤਮਾ ਦੇ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਸਾਨੂੰ। ਇਸੇ ਕਰਕੇ ਸ਼ਬਦ ਆਏ ਨੇ ਕਿ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਹਰ ਪਦ ਮੁਕਤ ਜਨਾਵੈ ਗੋ। ਸਾਡਾ ਸਤਿਗੁਰੂ, ਸਾਡਾ ਅਕਾਲ ਪੁਰਖ, ਸਾਡਾ ਇਹ ਬਚਨ ਹੀ ਹੈ ਜਿਹਨੂੰ ਅਸੀਂ ਦਿਨ ਰਾਤ ਅੱਠੋ ਪੈਰ ਇੱਕ ਤੇ ਲਿਵੈ, ਜਿਹਨੂੰ ਅਸੀਂ ਨਿਤ ਨਿਤ ਸੰਭਾਲਣਾ, ਜਿਹਨੂੰ ਅਸੀਂ ਨਿਤ ਨਿਤ ਜਪਣਾ ਹੈ, ਜਿਹੜਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਹੜੇ ਗੁਰੂ ਨੂੰ? ਜਿਸ ਪ੍ਰਸਾਦ ਹਰ ਹਰ ਜਪ ਜਪਨੇ, ਪੱਪੇ ਨੂੰ ਔਂਕੜ ਆ ਗਿਆ। ਇਹ ਇੱਕੋ ਅੱਖਰ ਦਾ ਜਾਪ ਹੈ। ਇਹ ਇੱਕੋ ਅੱਖਰ ਦਾ ਜਾਪ ਹੈ। ਇਹ ਪਹਿਲੀ ਪ੍ਰਭਾਤੀ ਮਹੱਲਾ ਪੰਜਵਾਂ, ਪਹਿਲੀ ਤੁਕ ਹੈ, ਪਹਿਲੀ ਤੁਕ ਹੀ ਰਹਾਉ ਦੀ ਹੈ।
ਕਿਉਂਕਿ ਇਸ ਤੋਂ ਉੱਤੇ ਕੁਛ ਨਹੀਂ ਹੈ। ਇਹ ਇੱਕ ਸਿਸਟਮ ਅਜੇ ਵੀ ਆਪ ਜੀ ਨੂੰ ਨਵੀਂ ਗੱਲ ਸ਼ੇਅਰ ਕਰ ਦਈਏ ਕਿ ਰਹਾਉ ਦੀ ਤੁਕ ਮੋਸਟਲੀ ਵਿੱਚ ਆਉਂਦੀ ਹੈ, ਪਰ ਕਈਆਂ ਸ਼ਬਦਾਂ ਦੇ ਬਿਲਕੁਲ ਆਰੰਭ 'ਚ ਆ ਜਾਂਦੀ ਹੈ, ਕਿਉਂਕਿ ਉਸ ਤੋਂ ਉੱਤੇ ਕਰਨ ਵਾਲੀ ਗੱਲ ਨਹੀਂ ਹੁੰਦੀ। ਟੌਪਿਕ ਜਿਹੜਾ ਚੱਲ ਰਿਹਾ ਹੁੰਦਾ ਪਾਤਸ਼ਾਹ ਦਾ ਇੱਕ ਸਿਸਟਮ ਹੈ, ਉਸ ਤੋਂ ਉੱਤੇ ਕੋਈ ਗੱਲ ਨਹੀਂ ਹੁੰਦੀ। ਜਿੱਦਾਂ ਹੁਣ ਰਹਾਉ ਦੀ ਤੁਕ ਜਿਹੜੀ ਵਿੱਚ ਆਈ ਹੈ, ਉਹਦੇ ਉੱਪਰ ਪਹਿਲੇ ਨੰਬਰ ਦੀ ਤੁਕ ਆਈ ਹੈ, ਉਹ ਵੀ ਬੜੀ ਇੰਪੋਰਟੈਂਟ ਹੋਏਗੀ, ਬੜੀ ਉੱਚ ਕੋਟੀ ਦੀ ਹੋਏਗੀ, ਜਿਹੜੀ ਆ ਕੇ ਮੁੜ ਕੇ ਰਹਾਉ 'ਚ ਸਮਾਏਗੀ। ਇਹ ਆਪਾਂ ਸਾਰੇ ਸ਼ਬਦ ਸਿੱਖੇ ਨੇ, ਵਿਚਾਰ ਕਿਤੇ ਵੀ ਦੇਖ ਕੇ ਆਪ ਜੀ ਨੇ ਆਪ ਪੜ੍ਹ ਕੇ ਕਰਨਾ। ਜੇ ਕੋਈ ਕੁਐਸਚਨ ਹੋਏਗਾ, ਸਵਾਲ ਹੋਏਗਾ, ਆਪਾਂ ਇੱਥੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਸਾਰੇ ਜਣੇ ਰਲ ਮਿਲ ਕੇ। ਅੱਛਾ ਜੀ, ਹੁਣ ਅੰਮ੍ਰਿਤ ਬਾਣੀ ਸੁਣਤ ਨਿਹਾਲ। ਹੁਣ ਇਹ ਬਾਣੀ ਦੀ ਗੱਲ ਹੈ, ਲੇਕਿਨ ਹੈ ਅੰਮ੍ਰਿਤ ਬਾਣੀ। ਫੇਰ ਆ ਗਿਆ ਵੀ ਅੰਮ੍ਰਿਤ ਬਾਣੀ ਕਿਹੜੀ ਹੈ। ਬਿਨਸ ਗਏ ਵਿਖਿਆ ਜੰਜਾਲ, ਆ ਹੁੰਦਾ ਨਿਹਾਲ ਹੋਣਾ। ਜਦੋਂ ਅਸੀਂ ਮਾਇਆ ਤੋਂ ਉਪਰਾਮ ਹੋ ਜਾਈਏ, ਮਾਇਆ ਤੋਂ ਪਰੇ ਚਲ ਜਾਈਏ। ਇੱਥੇ ਆਮ ਹੀ ਕਹਿ ਦਿੰਦੇ ਭਾਈ ਸਾਹਿਬ ਜੀ ਕੀਰਤਨ ਸੁਣ ਕੇ ਰਹਿਣ ਸਭਾਈ ਹੋਈ, ਨਿਹਾਲ ਹੋ ਗਏ। ਉਹ ਨਿਹਾਲ ਹੋਣ ਦਾ ਮਤਲਬ ਹੈ ਬਿਨਸ ਗਏ ਵਿਖਿਆ ਜੰਜਾਲ, ਮਾਇਆ ਦੇ ਜੰਜਾਲ ਚੋਂ ਬਾਹਰ ਆਉਣਾ। ਹੁਣ ਅੰਮ੍ਰਿਤ ਬਾਣੀ ਕੀ ਹੈ? ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਹੋਵੇ ਪਰਮਗਤ ਮੇਰੀ। ਹੋ ਇਹ ਨਹੀਂ ਹੈ ਕਿ ਉਹ ਸਿਸਟਮ ਤੇ ਦੇਖੋ ਕਿੰਨਾ ਕੀਰਤਨ ਹੋ ਰਿਹਾ, ਕਿੰਨਾ ਪਾਠ ਹੋ ਰਿਹਾ, ਸਾਰੇ ਗੁਰਬਾਣੀ ਸੁਣ ਹੀ ਰਹੇ, ਲੇਕਿਨ ਇਹ ਜਿਹੜੀ ਬਾਣੀ ਹੈ, ਬਾਣੀ ਆਪਾਂ ਉਹਨੂੰ ਕਹਿੰਦੇ ਆ ਜਿਹੜੀ ਆਵਾਜ਼ ਮੂੰਹ ਚੋਂ ਨਿਕਲਦੀ ਹੈ। ਮੈਂ ਪਿੱਛੇ ਵੀ ਲਫ਼ਜ਼ ਐਗਜ਼ਾਮਪਲ ਲਿਆ ਸੀ ਆਕਾਸ਼ਵਾਣੀ। ਉਹ ਕੋਈ ਆਕਾਸ਼ ਦੀ ਬਾਣੀ ਤੇ ਨਹੀਂ ਹੈ, ਹਾਂ, ਲੇਕਿਨ ਜਿਹੜੀਆਂ ਤਰੰਗਾਂ ਦੇ ਜ਼ਰੀਏ ਰੇਡੀਓ ਰਾਹੀਂ ਸਾਡੇ ਕੋਲੋਂ ਜਿਹੜੀ ਆਵਾਜ਼ ਆਉਂਦੀ ਹੈ ਉਹਨੂੰ ਕਹਿ ਦਿੰਦੇ ਆਕਾਸ਼ਵਾਣੀ। ਉਹ ਮਤਲਬ ਕਿਤਿਓਂ ਵੇਵਸ ਦੇ ਥਰੂ ਸਾਡੇ ਕੋਲ ਆ ਰਹੀ ਆ ਉਹ। ਸੋ ਇਹ ਜਿਹੜੀ ਅੰਮ੍ਰਿਤ ਬਾਣੀ ਸੁਣਤ ਨਿਹਾਲ, ਇਹ ਜਦੋਂ ਅਭਿਆਸੀ ਮਿਹਨਤ ਕਰਦਾ ਹੈ, ਕੁਰਬਾਨ ਜਾਂਦਾ ਹੈ ਆਪਣੇ ਗੁਰੂ ਦੇ ਨਾਮ ਜਪ ਜਪ ਕੇ ਉਹਦੀ ਕਿਰਪਾ ਪਾਤਰ ਬਣਦਾ ਹੈ। ਸਭ ਤੋਂ ਪਹਿਲਾ ਕੰਮ ਜਿਹੜਾ ਸੁਣਿਆ ਦੀਆਂ ਪੌੜੀਆਂ ਅੱਗੇ ਆਉਣਗੀਆਂ, ਉੱਥੇ ਸਾਰਾ ਕੁਝ ਆਪਾਂ ਪੂਰੀ ਡਿਟੇਲ 'ਚ ਵਿਚਾਰ ਕਰਾਂਗੇ। ਨਾਮ ਜਪਣ ਵਾਲੇ ਨੂੰ, ਨਾਮ ਅਭਿਆਸੀ ਨੂੰ ਸਭ ਤੋਂ ਪਹਿਲਾਂ ਉਹ ਜਿਹੜਾ ਸ਼ਬਦ ਜਪ ਰਿਹਾ ਹੈ ਉਹ ਸੁਣਨਾ ਸ਼ੁਰੂ ਹੋ ਜਾਏਗਾ। ਜਿਹੜਾ ਵੀ ਸ਼ਬਦ ਉਹ ਜਪ ਰਿਹਾ ਹੈ, ਕੀਰਤਮ ਨਾਮ ਕਥੇ ਤੇਰੇ ਜੇਬਾ, ਲੇਕਿਨ ਸਾਡਾ ਜਿਹੜਾ ਦੀਖਿਆ ਦੇ ਵਿੱਚ ਸਾਨੂੰ ਸ਼ਬਦ ਦ੍ਰਿੜਾਇਆ ਗਿਆ ਉਹ ਹੈ ਵਾਹਿਗੁਰੂ। ਜਿਹੜਾ ਅਸੀਂ ਜਪਦੇ ਹਾਂ, ਜਿਹੜਾ ਜਪਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਨਹੀਂ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਗੁਰੂ ਗ੍ਰੰਥ ਸਾਹਿਬ ਕਿਹਾ ਨਹੀਂ ਗਿਆ ਗੁਰੂ ਗੁਰ ਗੁਰੂ ਜਪ ਮੰਤਰੇ, ਉੱਥੇ ਵੀ ਪੱਪੇ ਨੂੰ ਔਂਕੜ ਹੈ। ਇਹ ਹੈ ਗੁਰਮੰਤਰ ਦਾ ਅੱਧਾ ਹਿੱਸਾ, ਵਾਹਿਗੁਰੂ। ਔਰ ਫਿਰ ਇੱਕ ਪਾਸੇ ਤੇ ਕਮਾਲ ਹੀ ਹੋ ਗਿਆ ਕਿ ਇੱਕ ਸ਼ਬਦ ਪਰਮਾਤਮਾ ਨੇ ਵਾਹਿਗੁਰੂ ਮਹੱਲੇ 5ਵੇਂ ਦਾ ਸ਼ਬਦ ਹੈ ਇੱਕ, ਉਸ ਸ਼ਬਦ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ, ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰੰਗਾ। ਔਰ ਸ਼ਬਦ ਦੇ ਅਖੀਰ ਤੇ ਪਤਾ ਕੀ ਆਉਂਦਾ? ਉਹ ਸ਼ਬਦ ਦੇ ਅਖੀਰ ਤੇ ਆਉਂਦਾ ਹੈ ਵੇ ਮੁਹਤਾਜਾ ਵੇ ਪਰਵਾਹ, ਨਾਨਕ ਦਾਸ ਕਹੋ ਗੁਰਵਾਹ। ਮਹੱਲੇ 5ਵੇਂ ਨੇ ਕਲੀਅਰ ਕਰਤਾ, ਲੇਕਿਨ ਇਹ ਗੁਪਤ ਰੱਖਿਆ ਗਿਆ। ਇਹ ਸ਼ਬਦ ਗੁਪਤ ਰੱਖਿਆ ਗਿਆ, ਸ਼ਬਦ ਦਾ ਜ਼ਿਕਰ ਰੱਖਿਆ ਗਿਆ, ਕਿਉਂਕਿ ਇਹ ਸ਼ਬਦ ਇੰਨਾ ਇੰਪੋਰਟੈਂਟ ਸੀ। ਇਹ ਗੁਰੂ ਨਾਲ ਕਮਿਟਮੈਂਟ ਕਰਕੇ ਸ਼ਬਦ ਲੈਣਾ ਪੈਂਦਾ ਸੀ। ਮਹੱਲੇ 9ਵੇਂ ਤੱਕ ਜਿਹੜੀ ਵਿਧੀ ਸੀ, ਉਹ ਜਿਹੜੀ ਵਿਧੀ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਵਿਧੀ ਖੰਡੇ ਬਾਟੇ ਦੀ ਪੌਲ ਦੇ ਵਿੱਚ ਲਿਆਂਦੀ, ਪੰਜਾਂ ਦੇ ਹਵਾਲੇ ਕੀਤੀ, ਔਰ ਆਪ ਗੋਡਿਆਂ ਭਾਰ ਹੋ ਕੇ ਉਹਨਾਂ ਤੋਂ ਦੀਖਿਆ ਲਈ, ਔਰ ਉਹਨਾਂ ਨੂੰ ਰਾਈਟ ਦਿੱਤੇ, 5 ਸਿੰਘਾਂ ਨੂੰ ਰਾਈਟ ਦਿੱਤੇ। 5 ਪਿਆਰੇ ਹੀ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀ, ਸਾਜੇ। ਔਰ ਅੱਜ ਜੋ ਆਪਾਂ ਅੱਜ ਉਹਨਾਂ ਨੂੰ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ 5 ਪਿਆਰੇ ਨਹੀਂ ਕਹਿ ਸਕਦੇ, ਉਹਨਾਂ ਨੂੰ 5 ਸਿੰਘ ਕਹਾਂਗੇ। ਹਾਂ, ਉਹ ਜਿਹੜੇ 5 ਪਿਆਰੇ ਨੇ ਉਹ ਵਰਤਦੇ ਨੇ ਅੰਦਰ, ਬਿਕੋਜ਼
क्योंकि वो सेवा ही इन्नी प्रमुख है। गुरु ग्रंथ साहब की हजूरी च, बाणी की हजूरी च वो जिहड़ी सेवा है वो 5 प्यारे वरतदे ने, लेकिन सेवा 5 ਸਿੰਘਾਂ ਤੋਂ ਲਈ ਜਾਂਦੀ है। ਉਹ ਸਾਨੂੰ ਬਾਰ-ਬਾਰ ਉੱਥੇ ਦੀਖਿਆ ਦੇ ਕੇ, ਪੌਲ ਦੇ ਕੇ, ਅੱਖਾਂ ਰਾਹੀਂ, ਸਾਡੇ ਕੇਸਾਂ 'ਚ, ਸਿਰ ਦੇ ਕੇਸਾਂ 'ਚ, ਸਾਡੇ ਮੂੰਹ ਰਾਹੀਂ ਉਹ ਸਾਨੂੰ ਪੌਲ ਦੇ ਕੇ ਸਾਨੂੰ ਉੱਥੇ ਸ਼ਬਦ ਦ੍ਰਿੜਾਉਂਦੇ ਨੇ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਵੇ ਮੁਹਤਾਜਾ ਵੇ ਪਰਵਾਹ, ਨਾਨਕ ਦਾਸ ਕਹੋ ਗੁਰ ਵਾਹ। ਮਹਲੇ 5ਵੇਂ ਦਾ ਸ਼ਬਦ ਹੈ, ਬੜਾ ਇੰਪੋਰਟੈਂਟ ਸ਼ਬਦ ਹੈ। ਇਹ ਸ਼ਬਦ ਪੂਰਾ ਕਿਸੇ ਦਿਨ ਵਿਚਾਰਿਆ ਜਾਏਗਾ। ਜੇਕਰ ਸਾਡੇ ਕਿਤੇ ਐਗਜ਼ਾਮਪਲ ਦੇ ਵਿੱਚ ਇਸ ਬਾਣੀ ਦੇ ਵਿੱਚ ਆ ਗਿਆ ਕਿਤੇ, ਤੇ ਇਹ ਸ਼ਬਦ ਆਪਾਂ ਜ਼ਰੂਰ ਵਿਚਾਰਾਂਗੇ। ਇਹ ਮੇਰੀ ਲਿਸਟ ਦੇ ਉੱਤੇ ਹੈ। ਅੱਛਾ ਜੀ, ਹੁਣ ਜਦੋਂ ਅਭਿਆਸੀ ਨਾਮ ਅਭਿਆਸ ਸ਼ੁਰੂ ਕਰਦਾ ਗਰੀਬੀ ਭਾਵਨਾ ਦੇ ਨਾਲ, ਆਪਣਾ ਆਪ ਸਮਰਪਣ ਕਰਕੇ, ਪੂਰੀ ਤਰ੍ਹਾਂ ਗੁਰੂ ਨੂੰ ਸਮਰਪਣ ਕਰਕੇ, ਇਹ ਸਮਰਪਣ ਜਿਹੜਾ ਬੜਾ ਇੰਪੋਰਟੈਂਟ ਹੈ। ਇਹ ਹੈ ਜਿਹੜਾ ਗੁਰਮੁਖ ਸਿਸਟਮ ਦੀ ਅਸੀਂ ਗੱਲ ਕਰਦੇ ਆ ਰਹੇ ਹਾਂ। ਗੁਰਮੁਖ ਸਿਸਟਮ ਉਹੀ ਭਰੋਸਾ, ਪ੍ਰਤੀਤ, ਕਮਿਟਮੈਂਟ, ਦੀਖਿਆ, ਇੱਕ ਗੁਰੂ, ਇੱਕ ਸ਼ਬਦ ਦਾ ਜਾਪ। ਇਹ ਗੁਰਮੁਖ ਸਿਸਟਮ ਦੇ ਵਿੱਚ ਆਉਣਾ ਹੀ ਪਊਗਾ, ਇਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਕਿਉਂਕਿ ਦੇਖੋ ਕਿੰਨਾ ਕੀਰਤਨ ਆ ਰਿਹਾ ਸਵੇਰੇ ਸ਼ਾਮ, ਉੱਥੋਂ ਦਰਬਾਰ ਸਾਹਿਬ ਤੋਂ ਰਿਲੇ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ, ਪਰ ਫਰਕ ਕੀ ਪਿਆ ਉਹਦੇ ਨਾਲ, ਸਾਡੇ ਕੋਲ ਰਿਜ਼ਲਟ ਕੀ ਆਇਆ ਉਹਦਾ, ਇਹ ਦੇਖਣਾ ਹੈ। ਆਪਣਾ ਐਨਾਲਿਸਿਸ ਕਰਨਾ ਹੈ, ਕਿਸੇ ਨੂੰ ਨਹੀਂ ਕਹਿਣਾ, ਆਪਣਾ ਐਨਾਲਿਸਿਸ ਕਰਨਾ ਵੀ ਭਾਈ ਮੈਂ ਇੰਨੇ ਚਿਰ ਤੋਂ ਕੀਰਤਨ ਸੁਣਦਾ ਆ ਰਿਹਾ, ਮੈਂ ਇੰਨੇ ਚਿਰ ਤੋਂ ਅਖੰਡ ਪਾਠ ਦੀ ਸੇਵਾ ਕਰਦਾ ਆ ਰਿਹਾ, ਮੈਂ ਸਹਿਜ ਪਾਠ ਵੀ ਕਰ ਰਿਹਾ, ਮੈਂ ਨਿਤਨੇਮ ਵੀ ਕਰ ਰਿਹਾ, ਲੇਕਿਨ ਮੇਰੇ 'ਚ ਫਰਕ ਕੀ ਪਿਆ। ਅੱਛਾ, ਉਹ ਨਾਮ ਅਭਿਆਸ ਜਦੋਂ ਅਭਿਆਸੀ ਕਰਦਾ ਹੈ, ਉਹ ਸ਼ਬਦ ਉਹਦੇ ਕੰਨਾਂ 'ਚ ਵੱਜਣਾ ਸ਼ੁਰੂ ਹੋ ਜਾਂਦਾ, ਸੁਣਨਾ ਸ਼ੁਰੂ ਹੋ ਜਾਂਦਾ ਹੈ। ਅੰਮ੍ਰਿਤ ਇਸੇ ਕਰਕੇ ਰਹਾਓ ਤੋਂ ਬਾਅਦ ਪਹਿਲੀ ਚੀਜ਼ ਆਈ ਹੈ ਕਿ ਸਭ ਤੋਂ ਪਹਿਲਾ ਕੰਮ ਹੀ ਇਹ ਸ਼ਬਦ ਜਿਹੜਾ ਹੈ ਸੁਣਨਾ। ਇਹਨੂੰ ਕਿਹਾ ਹੈ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਪਰਮਗਤ ਹੈ ਹੀ ਜਿਹੜਾ ਨਾਮ ਪਦਾਰਥ, ਚੌਥੀ ਜਿਹੜੀ ਸਟੇਜ ਤੋਂ ਸਟੇਜ ਹਾਸਲ ਕਰ ਲੈਣੀ। ਚੌਥੀ ਸਟੇਜ, ਹਰ ਚੀਜ਼ ਜਿਹੜੀ ਹੈ ਉਹ ਦੁਨਿਆਵੀ ਮਰਿਆਦਾ ਨੇ 5 ਚੀਜ਼ਾਂ ਫਿੱਟ ਕੀਤੀਆਂ ਨੇ, 5 ਇਹ ਗੁਰਬਾਣੀ ਦੀ ਬਿਊਟੀ ਹੈ। ਗੁਰਬਾਣੀ ਨੇ 4 ਚੀਜ਼ਾਂ ਫਿਕਸ ਕੀਤੀਆਂ ਨੇ। ਸੁਣਿਆਂ ਦੇ 4 ਪਦੇ, ਮੰਨਣ ਦੇ 4 ਪਦੇ, ਜਿੰਨੀਆਂ ਲਾਵਾਂ 4, ਚੌਥੀ ਅਵਸਥਾ, ਠੀਕ ਹੈ, 4 ਅਵਸਥਾਵਾਂ, 4 ਹੀ ਜਿਹੜੇ ਪਦਾਰਥ ਆਪਾਂ ਗੱਲ ਕਰ ਰਹੇ ਹਾਂ ਪਿੱਛੇ, ਜਨਮ, ਗਿਆਨ, ਮੁਕਤੀ ਤੇ ਨਾਮ। ਇਹ 4 ਪਦਾਰਥਾਂ ਦਾ ਜ਼ਿਕਰ ਆਪਾਂ ਅੱਗੇ ਇਸੇ ਬਾਣੀ ਦੇ ਵਿੱਚ ਹੋਰ ਖੁੱਲ੍ਹ ਕੇ ਕਰਾਂਗੇ। ਹੁਣ ਸਭ ਤੋਂ ਵੱਧ ਜਿਹੜਾ, ਸਭ ਤੋਂ ਪਹਿਲਾ ਜਿਹੜਾ ਕੰਮ ਹੋਣਾ ਕਿ ਉਹ ਸ਼ਬਦ ਜਿਹੜਾ ਅਭਿਆਸੀ ਜਪ ਰਿਹਾ ਉਹਦੇ ਕੰਨਾਂ ਵਿੱਚ ਵੱਜਣਾ ਸ਼ੁਰੂ ਹੋ ਜਾਣਾ। ਉਹਨੇ ਨਿਹਾਲ ਹੋਣਾ। ਤੇ ਨਿਹਾਲ ਹੋਣਾ ਕੀ ਹੈ? ਬਿਨਸੇ ਗਏ ਵਿਖਿਆ ਜੰਜਾਲ। ਮਾਇਆ ਦੀਆਂ ਤੰਦਾਂ ਜਿਹੜੀਆਂ ਨੇ ਉਹ ਟੁੱਟ ਜਾਂਦੀਆਂ ਨੇ, ਬੰਦਾ ਟੋਟਲੀ ਡਿਟੈਚਡ ਹੋ ਜਾਂਦਾ। ਹੁਣ ਇਹ ਜਿਹੜਾ ਕੰਨਾਂ 'ਚ ਸ਼ਬਦ ਵੱਜਣਾ ਆਰੰਭ ਹੋ ਗਿਆ, ਅਭਿਆਸੀ ਮਾਇਆ ਤੋਂ ਮੁਕਤ ਹੋ ਗਿਆ। ਕਿਸ ਤਰ੍ਹਾਂ? ਕੁਰਬਾਨ ਜਾਈ ਗੁਰਪੂਰੇ, ਆਪਣੇ ਮੁੜ ਕੇ ਰਹਾਓ ਤੇ ਆਪੇ ਆਓ, ਨਾਮ ਜਪ ਜਪ ਕੇ, ਜਿਸ ਪ੍ਰਸਾਦ ਹਰ ਹਰ ਜਪ ਜਪ ਨੇ। ਸਭ ਤੋਂ ਗੁਰੂ ਦਾ ਪ੍ਰਸਾਦ ਹੈ ਹੀ ਹੈ ਕਿ ਤੁਸੀਂ ਨਾਮ ਵਾਲੇ ਪਾਸੇ ਲੱਗ ਜਾਓ। ਨੰਬਰ 2, ਸਾਚ ਸ਼ਬਦ ਸਿਉ ਲਾਗੀ ਪ੍ਰੀਤ। ਸੁਣ ਸੁਣ ਕੇ ਜਿਉਂ-ਜਿਉਂ ਨਿਹਾਲ ਹੋ ਰਿਹਾ, ਜਿਉਂ-ਜਿਉਂ ਉਹਦੇ ਮਾਇਆ ਦੇ ਬੰਧਨ ਟੁੱਟ ਰਹੇ ਆ, ਤਿਉਂ-ਤਿਉਂ ਉਹਦੀ ਉਸ ਸ਼ਬਦ ਦੇ ਨਾਲ ਪ੍ਰੀਤੀ, ਭਰੋਸਾ, ਪ੍ਰੇਮ, ਕਮਿਟਮੈਂਟ ਜੁੜਦਾ ਜਾ ਰਿਹਾ। ਮੇਰੀ ਗੱਲ ਯਾਦ ਰੱਖਿਓ ਕਿ ਰੱਬ, ਸਾਨੂੰ ਨਹੀਂ ਪਤਾ ਰੱਬ ਕਿੱਦਾਂ ਦਾ, ਕਿਹੜੇ ਰੂਪ 'ਚ ਹੈ। ਸਾਨੂੰ ਸਿਰਫ ਗੁਰੂ ਦਾ ਸ਼ਬਦ ਹੈ। ਐਟ ਦਾ ਮੋਮੈਂਟ ਜਦੋਂ ਅਸੀਂ ਨਾਮ ਅਭਿਆਸ ਕਰਦੇ ਹਾਂ, ਸਾਡੇ ਕੋਲ ਸਿਰਫ ਤੇ ਸਿਰਫ ਗੁਰੂ ਦਾ ਬਚਨ ਹੈ, ਸ਼ਬਦ ਹੈ, ਗੁਰ ਮੰਤਰ ਹੈ। ਸਾਚ ਸ਼ਬਦ ਸਿਉ ਲਾਗੀ ਪ੍ਰੀਤ, ਉਹਦੇ ਨਾਲ ਪ੍ਰੇਮ ਪੈ ਗਿਆ। ਹਰ ਪ੍ਰਭ ਆਪਣਾ ਆਇਆ ਚੀਤ। ਹੁਣ ਜਦੋਂ ਇਹ ਪ੍ਰਤੀਤ, ਭਰੋਸਾ ਗੁਰਮੁਖ ਸਿਸਟਮ ਦੇ ਵਿੱਚ ਅਭਿਆਸੀ ਚੰਗੀ ਤਰ੍ਹਾਂ ਆ ਗਿਆ, ਚਿੱਤ ਦੇ ਵਿੱਚ ਥੋੜਾ ਥੋੜਾ ਝੌਰਾ ਪੈਣਾ ਸ਼ੁਰੂ ਹੋ ਜਾਣਾ। ਕਿਸ ਤਰ੍ਹਾਂ? ਸਾਡੇ ਮਨ 'ਚ ਇੱਕ ਵਿਚਾਰ ਆਉਂਦਾ, ਔਰ ਦੂਸਰਾ ਸਾਡੇ ਵਿਚਾਰ ਆਉਂਦਾ ਕਿ ਸਾਡੇ ਸਾਹਮਣੇ ਉਹ ਚਿੱਤ ਦੇ ਵਿੱਚ, ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਇਹ
ਜਦੋਂ ਵਿਚਾਰ ਲਓਗੇ ਉਸ ਵਿਚਾਰ ਦੀ ਪਿਕਚਰ ਵੀ ਸਾਡੇ ਦਿਮਾਗ 'ਚ ਚੱਲੇਗੀ, ਸਾਡੇ ਮਨ ਦੇ ਵਿੱਚ ਚੱਲੇਗੀ। ਅਸੀਂ ਉਹ ਚੀਜ਼, ਉਹ ਦ੍ਰਿਸ਼ ਸੂਖਮ ਤੌਰ ਤੇ ਦੇਖ ਰਹੇ ਹੋਵਾਂਗੇ। ਫਰਜ਼ ਕਰੋ ਹੁਣ ਮੈਂ ਆਪਣਾ ਪਟਿਆਲੇ ਦਾ ਜੰਮਪਲ ਹਾਂ, ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਹਾਂ ਅਸੀਂ ਪਹਿਲਾਂ ਕਿਹੜੇ ਘਰ 'ਚ ਰਹਿੰਦੇ ਸੀ, ਉਹ ਪਿਕਚਰ ਐਗਜ਼ੈਕਟਲੀ ਸੜਕਾਂ, ਗਲੀਆਂ, ਰਸਤੇ, ਦਰਖਤ ਮੇਰੇ ਸਾਹਮਣੇ ਆ ਜਾਣਗੇ, ਕਿਉਂਕਿ ਉਹ ਜ਼ਹਿਨ ਦੇ ਵਿੱਚ ਨੇ। ਸੋ ਜਿਉਂ-ਜਿਉਂ ਇਹ ਪ੍ਰੀਤ ਸ਼ਬਦ ਦੇ ਨਾਲ ਵਧੇਗੀ, ਸ਼ਬਦ ਸੁਣਨਾ ਸ਼ੁਰੂ ਹੋਇਆ। ਸੁਣਨ ਤੋਂ ਬਾਅਦ ਸਾਡੇ ਚਿੱਤ ਦੇ ਵਿੱਚ ਉਹਦੀ ਇਮੈਜੀਨੇਸ਼ਨ, ਉਹਦੀ ਪਿਕਚਰ, ਉਹਦਾ ਇੱਕ ਝੌਰਾ ਜਿਹਾ ਸਾਨੂੰ ਪੈਣਾ ਸ਼ੁਰੂ ਹੋਏਗਾ। ਉਹ ਕੀ ਹੈ? ਹਰ ਪ੍ਰਭ ਆਪਣਾ ਆਇਆ ਚੀਤ, ਪ੍ਰੀਤ ਕਿੱਦਾਂ ਲੱਗੀ ਹੈ? ਕਿਉਂਕਿ ਕੁਰਬਾਨ ਜਾਈ ਗੁਰਪੂਰੇ ਆਪਣੇ, ਇਸ ਅਵਸਥਾ ਦੇ ਵਿੱਚ ਆਉਣਾ ਪਏਗਾ, ਟੋਟਲੀ ਸਮਰਪਣ ਕਰਕੇ ਅਕਾਲ ਪੁਰਖ ਦੇ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਨਾ ਪਏਗਾ, ਉਹਦੇ ਗੁਰਪ੍ਰਸਾਦ ਦਾ ਪਾਤਰ ਬਣਨਾ ਪਏਗਾ। ਅੱਗੇ ਨੰਬਰ 3 ਆ ਜਾਓ। ਹੁਣ ਕਹਿੰਦੇ ਸਾਚ ਸ਼ਬਦ ਦੇ ਨਾਲ ਪ੍ਰੀਤ ਵੀ ਲੱਗ ਗਈ, ਔਰ ਮੇਰੇ ਚਿੱਤ ਦੇ ਵਿੱਚ ਥੋੜਾ ਜਿਹਾ ਮੈਨੂੰ ਝੌਰਾ ਵੀ ਪੈਣਾ ਸ਼ੁਰੂ ਹੋ ਗਿਆ। ਕਹਿੰਦੇ ਇਹ ਗੱਲ ਬਣਨੀ ਕਿੱਦਾਂ? ਕਹਿੰਦੇ ਨਾਮ ਜਪਤ ਹੋਆ ਪ੍ਰਗਾਸ, ਹੋਰ ਮਿਹਨਤ ਕਰੋ, ਅੰਦਰ ਪ੍ਰਕਾਸ਼, ਚਾਨਣਾ ਸਰੂਪ ਆ ਚੱਲਿਆ ਹੁਣ ਪਰਮਾਤਮਾ ਦਾ। ਪਰਮਾਤਮਾ ਨਾ ਬੰਦਾ ਨਾ ਤੀਵੀਂ, ਨਾ ਬੰਦਾ ਨਾ ਜਨਾਨੀ, ਨਾ ਉਹ ਕਿਸੇ ਰੂਪ ਚ ਨਹੀਂ ਆ। ਇਹ ਹੁਣ ਅਸੀਂ ਕਹਿ ਨਹੀਂ ਸਕਦੇ ਕਿਸ ਰੂਪ ਚ ਆਓ। ਹਾਂ, ਇੱਕ ਪਾਵਰ ਜ਼ਰੂਰ ਹੈ ਜਿਹੜੀ ਸਾਰੇ ਇਸ ਪ੍ਰਬੰਧ ਨੂੰ ਚਲਾ ਰਹੀ ਹੈ, ਜਿਹਦੇ ਹੇਠ ਸਾਰਾ ਇਹ ਪ੍ਰਬੰਧ ਆਇਆ, ਸਾਰਾ ਇਹ ਸਿਸਟਮ ਆਇਆ। ਨਾਮ ਜਪਤ ਹੋਆ ਪ੍ਰਗਾਸ, ਬਿਲਕੁਲ ਹੁਣ ਉਹ ਜਿਹੜਾ ਹਲਕਾ ਹਲਕਾ ਝੌਰਾ ਪੈ ਰਿਹਾ ਸੀ, ਉਹ ਪ੍ਰਕਾਸ਼ ਦੇ ਰੂਪ ਦੇ ਵਿੱਚ ਬਦਲ ਗਿਆ, ਕਿਉਂਕਿ ਅਭਿਆਸੀ ਮਿਹਨਤ ਕਰ ਰਿਹਾ, ਅਭਿਆਸੀ ਕੁਰਬਾਨ ਜਾ ਰਿਹਾ, ਡੈਡੀਕੇਸ਼ਨ ਪੂਰੀ ਹੈ, ਪ੍ਰਤੀਤ ਪੂਰੀ ਹੈ, ਭਰੋਸਾ ਪੂਰਾ ਹੈ। ਕਹਿੰਦੇ ਹੋਇਆ ਕੀ ਵੀ ਪ੍ਰਗਾਸ਼ ਕਿੱਦਾਂ ਗੱਲ ਕੀ? ਕਹਿੰਦੇ ਗੁਰ ਸ਼ਬਦੇ ਕੀਨਾ ਹਿਰਦੈ ਨਿਵਾਸ, ਅਕਾਲ ਪੁਰਖ ਪਰਮਾਤਮਾ ਉਲਾਂਘ ਪਟ ਗਏ, ਤੁਹਾਡੇ ਅੰਦਰੇ ਬਹਿ ਗਿਆ, ਅੰਦਰੇ ਉਹਨੇ ਨਿਵਾਸਾ ਕਰ ਲਿਆ, ਅੰਦਰੇ ਹੀ ਉਹ ਰੈਜ਼ੀਡੈਂਟ ਬਣ ਗਿਆ, ਪੱਕਾ ਪਰਮਾਨੈਂਟ ਰੈਜ਼ੀਡੈਂਟ। PR ਪਰਮਾਤਮਾ ਨੇ ਲੈ ਲਈ ਤੁਹਾਡੇ ਅੰਦਰ, ਪ੍ਰਕਾਸ਼ ਹੋ ਗਿਆ। ਇਹ ਪ੍ਰਕਾਸ਼ ਤੇ ਹੋ ਗਿਆ, ਪਰਮਾਤਮਾ ਵੀ ਆ ਗਿਆ। ਲੈ ਵੀ ਹੁਣ ਅਭਿਆਸੀ ਕਹਿੰਦਾ ਵੀ ਜੋ ਵੀ ਕਹਿੰਦਾ ਉਹ ਗੱਲ ਪੂਰੀ ਹੋਣ ਲੱਗ ਗਈ। ਉੱਥੇ ਫਿਰ ਅਭਿਆਸੀ ਉਹ ਸੰਗਤਾਂ ਨੂੰ ਮੁੰਡੇ ਵਰਤਾਉਣੇ ਸ਼ੁਰੂ ਕਰਦੇ, ਜਾਂ ਸੰਗਤਾਂ ਦੀਆਂ ਅਰਦਾਸਾਂ ਕਰਨੀਆਂ ਸ਼ੁਰੂ ਕਰਦੇ, ਜਾਂ ਹੋਰ ਕੁਛ ਨਹੀਂ। ਇਹ ਕਰਤੇ ਪੁਰਖ ਦੇ ਹੱਥ ਵੱਸ ਹੈ, ਉਹਨੇ ਭਾਗਾਂ 'ਚ ਲਿਖ ਕੇ ਹੀ ਭੇਜਿਆ, ਜੋ ਇੱਥੇ ਜਿਹਨੂੰ ਵੀ ਭੇਜਿਆ ਉਹਦੇ ਭਾਗਾਂ 'ਚ ਲਿਖ ਕੇ ਭੇਜਿਆ। ਜਦੋਂ ਪਰਮਾਤਮਾ ਅੰਦਰ ਨਿਵਾਸ ਹੋ ਗਿਆ, ਕਰਨਾ ਕੀ ਹੈ? ਵਾਪਸ ਰਹਾਓ ਤੇ ਜਾਓ, ਕੁਰਬਾਨ ਜਾਈ ਗੁਰਪੂਰੇ ਆਪਣੇ। ਬੰਦਾ ਹੋਰ ਪ੍ਰੇਮ ਦੇ ਵਿੱਚ ਭਿੱਜ ਕੇ ਨਾਮ ਅਭਿਆਸ ਕਰਦਾ ਹੈ। ਬੋਲ ਹਰ ਨਾਮ ਸਫਲ ਸਾ ਕਰੀ। ਉਹਨੂੰ ਇੱਕ ਪਲ ਜਿੰਨਾ ਵੀ ਉਹ ਪਰਮਾਤਮਾ ਤੋਂ ਹੁਣ ਉਹ ਪ੍ਰੇਮ ਜਿਹੜਾ ਹੈ, ਉਹ ਵਿਛੋੜਾ ਜਿਹੜਾ ਹੈ ਉਸ ਪਰਮਾਤਮਾ ਪ੍ਰਕਾਸ਼ ਸਰੂਪ ਦਾ, ਉਹ ਝੱਲ ਨਹੀਂ ਸਕਦਾ। ਕਬੀਰ ਸਾਹਿਬ ਕਹਿੰਦੇ ਹੈ ਕਿ ਸ਼ਬਦ, ਇਹ ਸ਼ਬਦ ਯਾਦ ਰੱਖਣੇ, ਨੋਟ ਕਰ ਲਓ। ਕਹਿੰਦੇ ਹੈ, ਜਬ ਲਗ ਤਾਗਾ ਬਾਹੂ ਬੇਹੀ, ਤਬ ਲਗ ਬਿਸਰੇ ਰਾਮ ਸਨੇਹੀ। ਕਹਿੰਦੇ ਉਹ ਮੇਰੇ ਅੰਦਰੋਂ ਵਿਸਰੀ ਜਾ ਰਿਹਾ, ਮੈਂ ਆਪਣਾ ਕੰਮ ਕਰ ਰਿਹਾ, ਧਾਗਾ ਮੈਂ ਸੂਈ ਦੇ ਵਿੱਚ ਪਾ ਰਿਹਾ, ਪਰ ਉਹ ਕਹਿੰਦੇ ਇੰਨਾ ਧਿਆਨ ਲਾਉਣਾ ਪੈਂਦਾ, ਇੰਨੀ ਬਰੀਕ ਉਹ ਸੂਈ ਆ, ਬਰੀਕ ਉਹਦੀ ਮੋਰੀ ਆ, ਔਰ ਧਾਗਾ ਜਦੋਂ ਉਹਦੇ ਅੰਦਰ ਪਾਉਣਾ, ਤਬ ਲਗ ਬਿਸਰਿਆ ਰਾਮ ਸਨੇਹੀ। ਆ ਪ੍ਰਤੀਤ ਹੈਗੀ ਸਾਡੇ 'ਚ। ਐਨਾਲਿਸਿਸ ਕਰੋ ਆਪਣਾ, ਅਸੀਂ ਕਿੱਥੇ ਖੜੇ ਹਾਂ। ਅਸੀਂ ਇਸ ਕੰਮ ਵਾਸਤੇ ਇੱਥੇ ਜੱਗ 'ਚ ਆਏ ਸੀ, ਇਸ ਕੰਮ ਵਾਸਤੇ ਸਾਨੂੰ ਬੰਦੇ ਦੀ ਜੂਨ ਦੇ ਕੇ ਪਰਮਾਤਮਾ ਨੇ ਭੇਜਿਆ ਸੀ। ਕੁਰਬਾਨ ਜਾਈ ਗੁਰਪੂਰੇ ਆਪਣੇ, ਜਿਸ ਪ੍ਰਸਾਦ ਹਰ ਹਰ ਜਪ ਨੇ ਹੁਕਮ ਦੇ ਵਿੱਚ। ਅੱਗੇ ਚੱਲੀਏ। ਹੁਣ ਪ੍ਰਕਾਸ਼ ਹੋ ਗਿਆ, ਪਰਮਾਤਮਾ ਅੰਦਰ ਆ ਕੇ ਬਹਿ ਗਿਆ। ਕਹਿੰਦੇ ਗੁਰ ਸਮਰੱਥ ਸਦਾ ਦਿਆਲ। ਉਹ ਤੇ ਐਸਾ ਸਮਰੱਥ ਹੈ, ਐਸੀ ਉਹਦੀ ਲਿਜੀਬਿਲਿਟੀ ਹੈ, ਐਸੀ ਉਹਦੇ ਕੋਲ ਉਹ ਬੇਅੰਤ ਗੁਣਾਂ ਦਾ ਜਿਹੜਾ ਸਮਰੱਥ ਜਿਹਨੂੰ ਕਿਹਾ, ਹਰ ਸ਼ੈ ਜਿਹੜੀ ਹੈ ਉਹਦੇ ਵੱਸ ਦੇ ਵਿੱਚ ਹੈ, ਹਰ ਸ਼ੈ ਉਹਦੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ। ਇਸ ਕਰਕੇ, ਔਰ ਉਹ
ਦੂਜੇ ਪਾਸੇ ਦਿਆਲ। ਹੁਣ ਇੱਥੇ ਆ ਗਈ ਸਿਹਾਰੀ, ਹਰ ਜੱਪੇ ਜੱਪੇ ਨਾਨਕ ਭਏ ਨਿਹਾਲ। ਕਹਿੰਦੇ ਉਹ ਐਸਾ ਸਮਰੱਥ ਹੈ, ਐਸਾ ਉਹਨੇ ਨਿਵਾਸ ਮੇਰੇ ਅੰਦਰ ਕੀਤਾ ਹੈ, ਐਸਾ ਉਹ ਮੇਰੇ ਚਿੱਤ ਦੇ ਵਿੱਚ ਆਇਆ ਹੈ, ਐਸਾ ਪ੍ਰਕਾਸ਼ ਹੋਇਆ ਹੈ, ਉਹਨੇ ਪ੍ਰਸਾਦ ਕਰਕੇ ਮੈਨੂੰ ਆ ਮਾਇਆ ਦੇ ਵਿਖਿਆ ਜੰਜਾਲਾਂ ਦੇ ਵਿੱਚੋਂ ਕੱਢ ਲਿਆ, ਔਰ ਦਿਨ ਰਾਤੀ ਮੇਰੇ ਕੰਨਾਂ ਦੇ ਵਿੱਚ ਵੀ ਉਹ ਵੱਜ ਰਿਹਾ ਸ਼ਬਦ, ਉਹ ਹਰ ਜੱਪੇ, ਉਹਨੂੰ ਜਪ ਜਪ ਕੇ ਨਾਨਕ ਭਏ ਨਿਹਾਲ। ਨਿਹਾਲ ਨਿਹਾਲ ਜਿਹੜਾ ਹੈ, ਉਹ ਮੈਂ ਲਫ਼ਜ਼ ਕਲੀਅਰ ਕਰ ਦਿਆਂ ਕਿ ਉਹ ਮਾਇਆ ਤੋਂ ਦੂਰ ਜਾਣਾ ਹੀ ਨਿਹਾਲ ਹੈ। ਹੋਰ ਇਹ ਨਹੀਂ ਹੈ ਵੀ ਨਿਹਾਲ ਉਹ ਭਗਾਨੇ ਵਾਂਗੂ ਫੁੱਲ ਜਾਂਦਾ, ਜਾਂ ਉਹਦੇ 8-9 ਰੰਗ ਸਾਹਮਣੇ ਆ ਜਾਂਦੇ, ਜਾਂ ਲਾਲ ਰੰਗ ਭਖ ਜਾਂਦਾ, ਜਾਂ ਉਹਦੇ ਪਿੱਛੇ ਚੱਕਰ ਦੇ ਰੂਪ ਵਿੱਚ ਲਾਈਟ ਆ ਜਾਂਦੀ ਹੈ। ਨਹੀਂ, ਇੰਟਰਨਲੀ ਹੈ, ਸੂਖਸ਼ਮ ਤੌਰ ਤੇ ਹੈ ਸਾਰਾ। ਮਾਇਆ ਤੋਂ ਡਿਟੈਚਡ ਹੋ ਰਿਹਾ ਉਹ ਅਭਿਆਸੀ ਲਗਾਤਾਰ ਜਪ ਜਪ ਕੇ। ਆ ਹੈ ਪੱਪੇ ਨੂੰ ਸਿਹਾਰੀ। ਸੋ ਜੱਜਾ ਪੱਪਾ ਪੱਪੇ ਨੂੰ ਔਂਕੜ, ਇਹ ਹੈ ਹੁਕਮ ਵੀ ਸ਼ਬਦ ਦਾ ਅਭਿਆਸ ਕਰਨਾ। ਔਰ ਪੱਪੇ ਨੂੰ ਸਿਹਾਰੀ ਇਹ ਹੈ ਕਿ ਸ਼ਬਦ ਦਾ ਅਭਿਆਸ ਕਰ ਕਰਕੇ ਸਾਨੂੰ ਕੀ ਹੋਣਾ, ਅਸੀਂ ਪ੍ਰਤੀਤ, ਭਰੋਸਾ, ਕਮਿਟਮੈਂਟ, ਇੱਕ ਸ਼ਬਦ ਦੇ ਅਭਿਆਸ ਦੇ ਨਾਲ ਅਸੀਂ ਮਾਇਆ ਤੋਂ ਡਿਟੈਚਡ ਹੋਣਾ, ਨਿਹਾਲ ਹੋਣਾ। ਨਿਹਾਲ ਮਾਇਆ ਦੇ ਨਾਲੋਂ ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੈ ਸੰਗ। ਇਹ ਹੈ ਨਾਮ ਦੀ ਤਾਕਤ, ਇਹ ਹੈ ਸ਼ਬਦ ਅਭਿਆਸ ਦੀ ਤਾਕਤ। ਹੁਣ ਜੇ ਅਸੀਂ ਇਹਦੇ ਪਾਤਰ ਹੀ ਨਹੀਂ ਬਣਨਾ, ਰਾਮ ਨਾ ਜਪੋ ਅਭਾਗ ਤੁਮਾਰਾ, ਅਸੀਂ ਕੀ ਕਰ ਸਕਦੇ ਇਹਦੇ ਚ? ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ। ਸਾਨੂੰ ਤੇ ਇੱਕ ਭਰੋਸਾ ਆ ਗਿਆ, ਜੁਗਾਂ ਜੁਗਾਂਤਰਾਂ ਤੋਂ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਵੀ ਸੱਚ। ਸਾਨੂੰ ਉਹਦੇ ਤੇ ਭਰੋਸਾ ਆ ਗਿਆ ਕਿ ਉਹੀ ਦਾਤਾ, ਉਹਦੀ ਹੀ ਕਿਰਪਾ ਦੇ ਨਾਲ ਅਸੀਂ ਇਹ ਅਨੋਖਾ ਜਨਮ ਹਾਸਲ ਕੀਤਾ, ਉਹਦੀ ਹੀ ਕਿਰਪਾ ਦੇ ਪਾਤਰ ਬਣਨਾ ਅਸੀਂ। ਅਕਲੀ ਸਾਹਿਬ ਸੇ ਅਕਲੀ ਪਾਈਆ ਮਾਨ, ਐਵੇਂ ਨਹੀਂ ਲਿਖਿਆ, ਹੈਪਹੈਜ਼ਲੀ ਨਹੀਂ ਲਿਖਿਆ ਇੱਥੇ। 80 ਸਾਲ ਦੇ ਬੁੱਢੇ ਕਹਿੰਦੇ ਜੀ, ਕਹਿ ਦਿੰਦੇ ਆ ਹੁਣ ਸਾਡਾ ਟਾਈਮ ਹੈ ਜੀ, ਅੰਮ੍ਰਿਤ ਛਕਾਂਗੇ। ਹੁਣ ਖੰਡੇ ਬਾਟੇ ਦੀ ਪੌਲ ਤੁਰੰਤ ਲਓ, ਅੱਜ ਹੀ ਲਓ। ਜੇ ਸਮਝ ਆ ਰਹੀ ਹੈ, ਅੱਜ ਹੀ ਸ਼ਬਦ ਲੈ ਕੇ ਆਓ ਔਰ ਸ਼ਬਦ ਦਾ ਅਭਿਆਸ ਕਰੋ। ਇਹੀ ਇੱਕ ਚੀਜ਼ ਸਤਿਗੁਰੂ ਨੇ ਸਾਨੂੰ ਗੁਰਬਾਣੀ 'ਚ ਦ੍ਰਿੜਾਈ ਹੈ। ਦ੍ਰਿੜਾਉਣ ਦਾ ਮਤਲਬ ਹੈ ਪੱਕਾ ਕਰਨਾ, ਜਿਹੜਾ ਲੈਸਨ ਪੱਕਾ ਕਰਨਾ, ਜਿੱਦਾਂ ਸਿੱਖਿਆ ਪੱਕੀ ਕਰਨੀ, ਸ਼ਬਦ ਦ੍ਰਿੜਾਉਣਾ ਸਤਿਗੁਰੂ ਨੇ ਹੈ। ਲੇਕਿਨ ਸ਼ਬਦ ਲੈਣਾ ਪਊਗਾ ਪਹਿਲਾਂ, ਪੰਜਾਂ ਦੇ ਅੱਗੇ ਨੀਵੇਂ ਹੋ ਕੇ ਸਮਰਪਣ ਕਰਕੇ ਉਹ ਸ਼ਬਦ ਲੈਣਾ ਪਊਗਾ, ਜਿਹੜਾ ਸ਼ਬਦ ਇੰਨਾ ਇੰਪੋਰਟੈਂਟ ਹੈ, ਜਿਹਦੀ ਇੰਨੀ ਤਾਕਤ ਹੈ, ਜਿਹਨੇ ਅਕਾਲ ਪੁਰਖ ਦਾ ਨਿਵਾਸਾ ਪਰਮਾਨੈਂਟਲੀ ਸਾਡੇ ਅੰਦਰ ਕਰਨਾ ਹੈ। ਉਹ ਸ਼ਬਦ ਜੇ ਲਿਆ ਹੀ ਨਾ ਹੋਊ ਤੇ ਜਪਣਾ ਕੀ ਉਹਨੇ? ਉਹਨੂੰ ਕੀ ਪਤਾ ਲੱਗਣਾ ਪ੍ਰਕਾਸ਼ ਦਾ? ਉਹਨੂੰ ਕੀ ਪਤਾ ਲੱਗਣਾ ਨਾਮ ਸੁਣਨ ਦਾ? ਇਹ ਜਿਹੜਾ ਕੁਛ ਅਸੀਂ ਕਰਦੇ ਪਏ ਆ, ਬਾਹਰ ਆ ਕੀਰਤਨਾਂ ਤੇ ਚਲੇ ਗਏ ਜਾਂ ਹੋਰ ਗੁਰਦੁਆਰਿਆਂ ਦੀ ਹੋਰ ਜੋ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਇਹਦੇ ਨਾਲ ਨਹੀਂ ਗੱਲ ਬਣਨੀ, ਇਹਦੇ ਨਾਲ ਪ੍ਰਮਾਤਮਾ ਨਹੀਂ ਮਿਲਣਾ। ਸਾਨੂੰ ਮਿਹਨਤ ਕਰਨੀ ਪੈਣੀ ਆ, ਕੁਰਬਾਨ ਜਾਣਾ ਪੈਣਾ, ਸ਼ਬਦ ਦਾ ਕਰਨਾ ਪੈਣਾ। ਆਹ ਸ਼ਬਦ ਆਪਾਂ ਇੱਥੇ ਪੂਰਾ ਕਰਦੇ ਆ। ਸੋ ਇਹ ਜੱਜਾ ਪੱਪਾ ਔਰ ਪੱਪੇ ਨੂੰ ਸਿਹਾਰੀ ਜਿਹੜੀ ਹੈ, ਉਹਦਾ ਸਾਨੂੰ ਅੱਜ ਇਲਮ ਹੋ ਗਿਆ ਕਿ ਇਹ ਹੈ ਕੀ ਆ, ਇਹਨਾਂ 'ਚ ਫਰਕ ਕੀ ਹੈ। ਹੁਣ ਸ਼ਬਦ ਹੈ ਪੱਪੇ ਨੂੰ ਸਿਹਾਰੀ। ਜਪੇ ਮਾਇਆ ਬੰਧਨ ਟੂਟੇ। ਹੁਣੇ ਆਪਾਂ ਗੱਲ ਕਰਕੇ ਆਏ ਆ, ਦੇਖੋ ਕਿੱਦਾਂ ਰਿਲੇਟ ਹੁੰਦੇ ਨੇ ਸ਼ਬਦ ਇੱਕ ਦੂਜੇ ਦੇ ਨਾਲ।
ਜਪ ਕੇ ਮਾਇਆ ਦੇ ਬੰਧਨਾਂ ਤੋਂ ਟੁੱਟ ਗਿਆ, ਟੋਟਲੀ ਡਿਟੈਚਡ ਹੋ ਗਿਆ। ਭਏ ਕਿਰਪਾਲ, ਜਿੱਥੇ ਭਇਆ ਲਫ਼ਜ਼ ਆ ਜੇ ਜਾਂ ਭਏ ਕਿਰਪਾਲ ਆ ਜੇ, ਭਇਆ ਜਿਹੜਾ ਹੈ ਉਹ ਗੁਰਪ੍ਰਸਾਦ ਹੀ ਹੈ। ਦਿਆਲ ਪ੍ਰਭ ਮੇਰੇ ਸਾਧ ਸੰਗ ਤੇ ਮਿਲੇ ਛੂਟੇ। ਸੋ ਇਹ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਿਹਾਰੀਆਂ ਬੁਲਾਓ ਜਾਂ ਕਿਸੇ ਨੂੰ ਕੋਈ ਇਤਰਾਜ਼ ਹੋਵੇ, ਮੈਂ ਇਹ ਤਾਂ ਬੁਲਾ ਰਿਹਾ ਕਿਉਂਕਿ ਇਹ ਗੂੰਗੀਆਂ ਨਹੀਂ ਹੈ, ਪੂਰੇ ਅੱਖਰ ਦਾ ਕੰਮ ਕਰ ਰਹੀਆਂ ਨੇ। ਅਕਾਲ ਪੁਰਖ ਨੇ ਕਿਰਪਾ ਕੀਤੀ, ਉਸ ਦਿਆਲ ਨੇ ਕਿਰਪਾ ਕੀਤੀ, ਮੈਨੂੰ ਸ਼ਬਦ ਦਾ ਸੰਗ ਬਖਸ਼ਿਆ। ਸਾਧ ਸੰਗਤ, ਸਾਧ ਹੈ ਹੀ ਸ਼ਬਦ ਹੈ। ਸਾਧ ਕੋਈ ਚੋਲੇ ਵਾਲਾ ਨਹੀਂ ਹੈ, ਸਾਧ ਕੋਈ ਬੰਦਾ ਨਹੀਂ ਹੈ, ਸਾਧ ਹੈ ਹੀ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਜਦੋਂ ਉਹ ਨਾਮ ਮਿਲ ਗਿਆ, ਮਿਲੇ ਛੂਟੇ ਹਮ ਤੋਂ ਏਕ ਰਾਮ ਕਹਿ ਛੂਟਿਆ। ਜਿਹੜਾ ਉਹ ਰਾਮ ਹੈ, ਜਿਹੜਾ ਉਹ ਸ਼ਬਦ ਹੈ, ਉਹ ਹੀ ਸਾਧੂ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਇਹ ਆਪਾਂ ਵਿਚਾਰ ਆਏ ਹਾਂ, ਜੇ ਯਾਦ ਹੋਵੇ ਤੇ ਸੋਲੇ ਦੇ ਪਾਠ ਦੇ ਅੰਦਰ। ਔਰ ਇਹ ਰਹਾਉ ਦੀ ਤੋਕ ਰੱਖੀ ਇੱਥੇ ਪਾਤਸ਼ਾਹ ਨੇ, ਹਰ ਜਪੇ ਜਪ ਕੇ। ਵੀ ਮੈਨੂੰ ਹੋਇਆ ਕੀ ਜਪ ਕੇ? ਠੀਕ ਹੈ, ਸ਼ਬਦ ਤੇ ਦੱਸਿਆ ਉਹਨਾਂ ਨੇ ਵੀ ਤਾਂ ਜਪ ਕੇ ਹੋਣਾ ਕੀ ਹੈ? ਮਾਇਆ ਬੰਧਨ ਟੁੱਟੇ। ਹੁਣ ਇਹ ਐਨਾਲਿਸਿਸ ਆਪ ਕਰਨਾ ਕਿ ਸਾਡੇ ਮਾਇਆ ਦੇ ਬੰਧਨ ਕਿੰਨੇ ਟੁੱਟੇ ਆ, ਕਿੰਨੇ ਖਤਮ ਹੋਏ ਸਾਡੇ ਮਾਇਆ ਦੇ ਬੰਧਨ। ਇਹ ਵਿਚਾਰ ਆਪ ਆਪਣੇ ਨਾਲ ਕਰਨਾ, ਕਿਸੇ ਨੂੰ ਜੱਜ ਨਹੀਂ ਕਰਨਾ, ਕਿਸੇ ਦੇ ਉੱਤੇ ਉਂਗਲ ਨਹੀਂ ਚੁੱਕਣੀ। ਆਪ ਆਪਣੇ ਮਨ ਨਾਲ ਵਿਚਾਰ ਕਰਨੀ ਹੈ। ਕੁੱਟ ਕੁੱਟ ਮਨ ਕਸਵੱਟੀ ਲਾਏ, ਔਰ ਇਹਨੂੰ ਆਪ ਸਮਝਾਉਣਾ ਹੈ ਮਨ ਨੂੰ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ। ਸਭ ਤੋਂ ਵੱਡਾ ਸਾਥੀ ਵੀ ਇਹੀ ਹੈ, ਸਭ ਤੋਂ ਵੱਡਾ ਦੁਸ਼ਮਣ ਵੀ ਇਹੀ ਹੈ। ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਇਸ ਸੁਰਤੀ ਨੂੰ ਕਿਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਲੈ ਕੇ ਆਉਣਾ, ਇਹਨੂੰ ਦੋਸਤ ਬਣਾ, ਆਪਣਾ ਦੁਸ਼ਮਣ ਬਣਾ ਕੇ ਰੱਖਣਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਸੋ ਹਰ ਜਪੇ ਜਪ ਕੇ ਮਾਇਆ ਬੰਧਨ ਟੂਟੇ। ਵਿਸ਼ੇਸ਼ਤਾ ਹੈ, ਸਿਹਾਰੀ ਲੱਗੀ ਹੈ, ਮੀਨਿੰਗ ਚੇਂਜ ਹੋ ਗਿਆ। ਮਾਇਆ ਦੇ ਬੰਧਨ ਟੁੱਟੇ, ਗੁਰਪ੍ਰਸਾਦ ਦੇ ਪਾਤਰ ਬਣੇ ਹੈ, ਅੰਦਰ ਪਰਮਾਤਮਾ ਪ੍ਰਗਟ ਹੋਇਆ, ਨਾਮ ਪਦਾਰਥ ਹਾਸਲ ਹੋਇਆ, ਮਿਲੇ ਛੂਟੇ ਹਮ ਰਾਮ ਕਹਿ ਛੂਟਿਆ। ਅਸੀਂ ਛੁੱਟ ਗਏ ਹਾਂ, ਨਾਮ ਪਦਾਰਥ ਹਾਸਲ ਹੋ ਗਿਆ। ਕਰਮਖੰਡ ਦੀ ਅਵਸਥਾ, ਆਨੰਦ ਦੀ ਅਵਸਥਾ, ਦਸਮ ਦੁਆਰ ਖੁੱਲਣ ਦੀ ਅਵਸਥਾ ਹੈ। ਇਹ ਵੈਰੀ ਇੰਪੋਰਟੈਂਟ ਅੱਜ ਮੈਂ ਗੱਲ ਕਰਨ ਜੀ। ਮੈਂ ਕੋਈ ਗੁਰਬਾਣੀ ਦਾ ਅੱਖਰ ਬਦਲਣ ਦੀ ਤਾਕਤ ਨਹੀਂ ਰੱਖਦਾ, ਨਾ ਹੀ ਕੋਈ ਹੈਸੀਅਤ ਦੀ, ਨਾ ਹੀ ਗੁਰਬਾਣੀ ਦੇ ਜਦੋਂ ਪੁਰਾਣੇ ਦਿਨਾਂ 'ਚ ਗੁਰਬਾਣੀ ਜਿਹੜੀ ਹੈ ਉਹ ਲਿਖ ਕੇ ਕਾਪੀ ਕੀਤੀ ਜਾਂਦੀ ਸੀ, ਪੋਥੀਆਂ ਦੀ ਕਾਪੀ ਲਿਖ ਕੇ ਬਣਾਈ ਜਾਂਦੀ ਸੀ। ਤਾਈਓ ਗੁਰਬਾਣੀ ਦੇ ਵਿੱਚ ਇੱਕ ਲਫ਼ਜ਼ ਆਉਂਦਾ ਹੈ, ਜਿੱਦਾਂ ਫਰਜ਼ ਕਰੋ ਵਾਰ ਪੜ੍ਹਦੇ ਆਪਾਂ, ਉਹਦੇ ਅਖੀਰ ਤੇ ਆਉਂਦਾ ਜੀ, ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਉਹਦੇ ਜਦੋਂ ਪੌੜੀ ਖਤਮ ਹੁੰਦੀ ਹੈ, ਉਹਦੇ ਤੇ ਲਿਖਿਆ ਪੌੜੀ, ਔਰ ਜਦੋਂ ਖਤਮ ਹੁੰਦੀ ਹੈ ਉੱਥੇ ਲਿਖਿਆ ਸੁੱਧ। ਸੁੱਧ ਬ੍ਰਹਮ ਗਿਆਨ ਦਾ ਲਫ਼ਜ਼ ਨਹੀਂ ਹੈ, ਗੁਰਬਾਣੀ ਦਾ ਲਫ਼ਜ਼ ਨਹੀਂ ਹੈ। ਉਹ ਜਿਹੜਾ ਸੁੱਧ ਲਫ਼ਜ਼ ਆ ਰਿਹਾ ਅੱਗੇ, ਉਹ ਜਿਹੜੇ ਵੀ ਰਾਈਟਰ ਨੇ ਉਹਦੀ ਕਾਪੀ ਕੀਤੀ ਹੈ ਅੱਗੇ, ਉਹਨੇ ਲਿਖ ਦਿੱਤਾ ਵੀ ਇਹ ਹੂ ਕਾਪੀ ਹੈ, ਇਹਦੀ ਮੈਂ ਗਰੰਟੀ ਕਰਦਾ। ਆਹ ਕਾਪੀ ਸ਼ੁੱਧ ਲਿਖ ਕੇ ਇਹਦੀ ਪ੍ਰੂਫ ਰੀਡਿੰਗ ਵੀ ਹੋ ਗਈ ਹੈ, ਇਹ ਲਿਖਿਆ ਵੀ ਠੀਕ ਹੈ, ਤੇ ਇਹਨੂੰ ਅੱਗੇ ਜਿੰਨੇ ਕਿਸੇ ਨੇ ਕਾਪੀ ਕਰਨੀ ਹੈ ਇੱਥੋਂ ਕਾਪੀ ਕਰ ਸਕਦਾ। ਹੱਥ ਨਾਲ ਲਿਖ ਕੇ ਗੁਰਬਾਣੀ ਦੀ ਸੇਵਾ ਕੀਤੀ ਜਾਂਦੀ ਸੀ। ਔਰ ਫਿਰ ਉਸ ਤੋਂ ਬਾਅਦ ਛਾਪੇ ਆ ਗਏ। ਛਾਪੇ ਵੀ ਜੇ ਪੁਰਾਣਾ ਯਾਦ ਹੋਵੇ, ਇੱਕ ਇੱਕ ਅੱਖਰ ਜਿਹੜਾ ਹੈ ਉਹ ਰੱਖ ਕੇ ਛਪਦਾ ਸੀ ਸ਼ੀਟ ਦੇ ਉੱਤੇ। ਜੋ ਵੀ ਸਿਸਟਮ ਸੀ ਉਹਨਾਂ ਦਾ ਸਾਰੇ ਆਪਾਂ ਜਾਣਦੇ ਹਾਂ, ਉਹ ਖੋਜ ਕਰ ਸਕਦੇ ਨੇ। ਔਰ ਇੱਕ ਇੱਕ ਔਂਕੜ ਸਿਹਾਰੀ ਉੱਥੇ ਲਗਾਈ ਜਾਂਦੀ ਸੀ ਕੱਟ ਕੇ। ਉਹ ਜਦੋਂ ਛਾਪੇਖਾਨੇ ਦੇ ਵਿੱਚ ਇਹ ਵਸਤੂ, ਇਹ ਜਿਹੜਾ ਗੁਰਬਾਣੀ ਦਾ ਛਪਾਈ ਸ਼ੁਰੂ ਹੋਈ ਹੈ,
ਬਹੁਤ ਮਿਸਟੇਕਸ ਹੋ ਗਈਆਂ, ਜਿਹੜੀਆਂ ਕਿ ਨਾਮ ਅਭਿਆਸੀ ਜਦੋਂ ਸ਼ਬਦ ਪੜ੍ਹਨਗੇ, ਜਦੋਂ ਇਹ ਸਿਸਟਮ ਦੇ ਵਿੱਚ, ਗੁਰਬਾਣੀ ਦੇ ਸਿਸਟਮ ਦੇ ਵਿੱਚ ਇਹਨੂੰ ਫੋਲੋ ਕਰਨਗੇ, ਬਹੁਤੀਆਂ ਥਾਵਾਂ ਤੇ, ਅਸੀਂ ਨਹੀਂ ਕਹਿੰਦੇ ਵੀ ਹਰ ਥਾਂ ਤੇ, ਕਾਫੀ ਥਾਵਾਂ ਤੇ ਇਹ ਜਿਹੜੇ ਔਂਕੜ ਨੇ ਇਹ ਮਿਸ ਹੋ ਗਏ ਨੇ। ਉਹ ਆਪਾਂ ਇੱਥੇ ਜ਼ਿਕਰ ਜ਼ਰੂਰ ਕਰ ਦੇਣਾ ਇਸ ਚੀਜ਼ ਦਾ, ਲੇਕਿਨ ਸਾਡੀ ਇੰਨੀ ਹੈਸੀਅਤ ਨਹੀਂ ਹੈ ਕਿ ਇਹਨੂੰ ਆਪਾਂ ਚੇਂਜ ਕਰ ਸਕੀਏ ਜਾਂ ਇਹ ਕਹਿ ਸਕੀਏ ਵੀ ਨਹੀਂ ਇਹਨੂੰ ਇਦਾਂ ਪੜ੍ਹਨਾ ਜੀ। ਮੇਰੀ ਕੋਈ ਹੈਸੀਅਤ ਨਹੀਂ ਹੈ, 0.1% ਦੀ ਵੀ ਹੈਸੀਅਤ ਨਹੀਂ ਹੈ। ਇਹ ਜਦੋਂ ਕਿਤੇ ਪੰਥ ਜਾਗੇਗਾ, ਆਪਣੇ ਫੈਸਲੇ ਉਹ ਇਹੋ ਜਿਹੇ ਵੱਡੇ ਫੈਸਲੇ ਆਪ ਕਰਨਗੇ। ਹਾਂ, ਮੈਂ ਇਨਸਪਾਇਰ ਹੋਇਆ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਅਖੰਡ ਕੀਰਤਨੀ ਜਥੇ ਦੇ ਬਹੁਤ ਪ੍ਰਸਿੱਧ ਕੀਰਤਨੀ ਹੋਏ ਨੇ, ਪੁਰਾਣੇ ਭਾਈ ਰਣਧੀਰ ਸਿੰਘ ਹੋਣਾ ਦੇ ਵੇਲੇ ਦੇ ਕੀਰਤਨੀ ਸਿੰਘ ਨੇ। ਬੜਾ ਗਿਆਨ ਸੀ ਉਹਨਾਂ ਨੂੰ, ਸੰਸਕ੍ਰਿਤ, ਹਿੰਦੀ, ਪੰਜਾਬੀ, ਪਰਸ਼ੀਅਨ ਸਾਰੀਆਂ ਲੈਂਗੁਏਜ ਮਹਾਰਤ ਰੱਖਦੇ ਸੀ, ਔਰ ਉਹਨਾਂ ਨੇ ਵਿਆਕਰਨ ਦੀਆਂ ਪੁਸਤਕਾਂ ਵੀ ਲਿਖੀਆਂ ਨੇ। ਤੁਹਾਡੇ ਸਿਰਫ ਗਿਆਤ ਲਈ ਮੈਂ ਦੱਸ ਰਿਹਾ। ਔਰ ਜ਼ਿੰਦਗੀ ਦਾ ਮੁੱਖ ਸਮਾਂ ਜਿਹੜਾ ਹੈ ਉਹਨਾਂ ਨੇ ਗੁਰਬਾਣੀ ਦੀ ਸੇਵਾ 'ਚ ਲੰਘਾਇਆ ਉੱਥੇ ਅੰਮ੍ਰਿਤਸਰ, ਔਰ ਉਹ ਕੰਪਲੈਕਸ ਦੇ ਅੰਦਰ, ਪੁਰਾਣੇ ਦਿਨਾਂ ਦੀ ਮੈਂ ਗੱਲ ਕਰਦਾ, ਜਦੋਂ ਗੁਰਚਰਨ ਸਿੰਘ ਟੌੜੇ ਹੋਣੀ ਪ੍ਰੈਜ਼ੀਡੈਂਟ ਹੁੰਦੇ ਸੀ, ਉਹਨਾਂ ਦਿਨਾਂ ਦੇ ਵਿੱਚ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੂੰ ਇੱਕ ਰੂਮ ਮਿਲਿਆ ਹੋਇਆ ਸੀ ਉੱਥੇ ਪਰਮਾਨੈਂਟ, ਜਿੱਥੇ ਉਹ ਬੈਠ ਕੇ ਆਪਣੇ ਸੰਗੀ ਸਾਥੀਆਂ ਦੇ ਨਾਲ ਗੁਰਬਾਣੀ ਦੀ ਸੁਧਾਈ ਦਾ ਕੰਮ ਕਰਦੇ ਸੀ। ਮੈਂ ਸਿਰਫ ਜ਼ਿਕਰ ਤਾਂ ਕਰ ਰਿਹਾ ਵੀ ਇੰਸਪੀਰੇਸ਼ਨ ਦੇਖੋ, ਜ਼ਿੰਦਗੀ ਦਾ ਮਕਸਦ ਦੇਖੋ, ਔਰ ਉਹਨਾਂ ਦੇ ਲਾਈਫ ਦੇ ਜੋ ਸਾਰੀ ਖੋਜ ਹੈ। ਉਹਨਾਂ ਦੇ ਪੁੱਤਰ ਜੀ ਰਹਿੰਦੇ ਨੇ ਇੱਥੇ ਟੋਰਾਂਟੋ, ਬੜੇ ਮਸ਼ਹੂਰ ਕੀਰਤਨੀ ਨੇ। ਅਖੰਡ ਕੀਰਤਨੀ ਜਥਿਆਂ ਦੇ ਵਿੱਚ ਉਹਨਾਂ ਨੇ ਬਹੁਤ ਕੀਰਤਨ ਕੀਤਾ, ਨਿਸ਼ਕਾਮ ਕੀਰਤਨ ਕੀਤਾ, ਨਿਸ਼ਕਾਮ ਹੋ ਕੇ ਸੇਵਾ ਭਾਵਨਾ ਦੇ ਨਾਲ। ਉਹਨਾਂ ਨੂੰ ਸਾਰੇ ਪਿਆਰ ਨਾਲ ਦੂਲਾ ਵੀਰ ਜੀ ਕਹਿੰਦੇ ਨੇ, ਔਰ ਉਹਨਾਂ ਦਾ ਨਾਮ ਹੈ ਡਾਕਟਰ ਤਜਿੰਦਰਪਾਲ ਸਿੰਘ। ਅੱਛਾ, ਚਲੋ, ਉਹ ਤਲਵਾੜਾ ਜਿਹੜੇ ਭਾਈ ਤਲਵਾੜਾ ਜੀ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਉਹਨਾਂ ਦੀ ਜਿਹੜੀ ਮਿਹਨਤ ਹੈ, ਉਹ ਜ਼ਿੰਦਗੀ ਦਾ ਜਿਹੜਾ ਉਹਨਾਂ ਦੀ ਪ੍ਰਾਪਤੀ ਹੈ, ਉਹ ਇਹ ਕਹਿ ਸਕਦੇ ਆ, ਨਾਮ ਅਭਿਆਸੀ ਵੀ ਤਕੜੇ, ਗੁਰਬਾਣੀ ਦੇ ਗਿਆਤਾ ਵੀ ਤਕੜੇ, ਔਰ ਉਹਨਾਂ ਨੇ ਖੋਜ ਕਰ ਕਰਕੇ ਦੱਸਿਆ ਵੀ ਇਹ ਤਕਰੀਬਨ ਉਹਨਾਂ ਦੇ 40-45 ਮੋਟੇ ਰਜਿਸਟਰ ਭਰੇ ਹੋਏ ਨੇ। ਸਾਰੀ ਜ਼ਿੰਦਗੀ ਦੀ ਮਿਹਨਤ ਹੈ, ਔਰ ਉਹਦੇ 'ਚ ਉਹਨਾਂ ਨੇ ਗੁਰਬਾਣੀ ਦੀਆਂ ਐਗਜ਼ਾਮਪਲਸ ਲੈ ਕੇ, ਤੁਕਾਂ ਲਿਖ ਕੇ ਦੱਸਿਆ ਵੀ ਇੱਥੇ ਸਿਹਾਰੀ ਮਿਸ ਹੈ, ਇੱਥੇ ਔਂਕੜ ਮਿਸ ਹੈ। ਇਹ ਬ੍ਰਹਮ ਨਾਲ ਮਿਲਿਆ ਹੋਇਆ ਕੋਈ ਸੱਜਣ ਹੀ ਇਹੋ ਜਿਹੀ ਸੇਵਾ ਕਰ ਸਕਦਾ ਹੈ। ਉਸ ਤੋਂ ਇਲਾਵਾ ਸਾਡੇ ਆਪਣੇ ਬਾਪੂ ਜੀ ਭਾਈ ਮਹਿੰਦਰ ਸਿੰਘ ਜੀ SDO ਇੱਥੇ ਰਹਿੰਦੇ ਨੇ ਡਿਟਰੋਇਟ, 94-95 ਸਾਲ ਦੀ ਉਮਰ ਹੋ ਚੁੱਕੀ, ਕਾਫੀ ਬਿਰਧ ਹੋ ਗਏ ਨੇ। ਲਾਸਟ ਵੀਕ ਉਹਨਾਂ ਦੇ ਵਾਈਫ ਜਿਹੜੇ ਹੈ ਐਸ ਫਾਨੀ ਸੰਸਾਰ ਤੋਂ ਅਲਵਿਦਾ ਸਾਨੂੰ ਕਹਿ ਗਏ ਨੇ। ਉਹਨਾਂ ਦੀ ਵੀ ਵੱਖਰੀ ਖੋਜ ਹੈ, ਆਪਣੀ ਖੋਜ ਹੈ ਉਹਨਾਂ ਦੀ, ਪਰ ਉਹਨਾਂ ਦਾ ਕੋਈ ਰਿਟਨ ਮਟੀਰੀਅਲ ਨਹੀਂ ਹੈ। ਉਹਨਾਂ ਨੇ ਕੀਰਤਨ ਰਾਹੀਂ, ਗੁਰਬਾਣੀ ਰਾਹੀਂ ਸੇਵਾ ਕਰਦਿਆਂ ਆਪਣੇ ਸਪੀਚਿਸ ਦੇ ਵਿੱਚ ਕਾਫੀ ਸਾਰੀਆਂ ਗਲਤੀਆਂ, ਤਕਰੀਬਨ 1600-1700 ਮਿਸਟੇਕਸ ਉਹਨਾਂ ਨੇ ਗਿਣਾਈਆਂ ਨੇ। ਹੁਣ ਅਸੀਂ ਇਸ ਚੀਜ਼ ਦਾ ਜ਼ਿਕਰ ਨਹੀਂ ਕਰਨਾ ਬਿਲਕੁਲ, ਆਪਾਂ ਕਿਉਂਕਿ ਮੇਰੀ ਆਪਣੀ ਹੈਸੀਅਤ ਨਹੀਂ ਹੈ। ਹੁਣ ਇਹ ਰਹਾਓ ਦੀ ਤੁਕ ਹੈ, ਹਰ ਜਪੇ ਮਾਇਆ ਬੰਧਨ ਟੂਟੇ। ਆਪਾਂ ਇਹ ਨੈਕਸਟ ਟਾਈਮ ਆਪਣਾ ਕੰਟੀਨਿਊ ਹੋਣਾ ਹੈ, ਟਾਈਮ ਆਪਣਾ ਹੋ ਚੱਲਿਆ। ਮੈਂ ਕੋਸ਼ਿਸ਼ ਕਰਾਂਗਾ ਥੋੜੇ ਸਮੇਂ ਦੇ ਵਿੱਚ ਇਹਨੂੰ ਗੱਲ ਨੂੰ ਪੂਰੀ ਕਰਨ ਦੀ। ਹੁਣ ਮਾਇਆ ਦੇ ਬੰਧਨ ਟੁੱਟੇ ਨੇ, ਨਾਮ ਜਪ ਕੇ ਹੀ ਅਸੀਂ ਗੁਰਪ੍ਰਸਾਦ ਦੇ ਪਾਤਰ ਬਣੇ ਆ। ਆਪਣੇ ਆਪ ਠੀਕ ਹੈ, ਕਿਰਪਾ ਹੋਣੀ ਹੈ ਜਦੋਂ ਅਸੀਂ ਕੋਸ਼ਿਸ਼ ਕਰਾਂਗੇ। God help those who help themselves।
ਇਸੇ ਕਰਕੇ ਸ਼ਬਦ ਆਏ ਨੇ, ਗਿਆਨ ਇਸੇ ਕਰਕੇ ਆਇਆ ਹੈ, ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ। ਉਹ ਤੈਨੂੰ ਦਿਮਾਗ ਇਹਨਾਂ ਉੱਤੇ ਰੱਖਿਆ, ਹਦਵਾਣੇ ਜਿਹੜਾ ਸਿਰ ਲਾ ਕੇ ਖੋਪੜਾ ਬਣਾ ਕੇ ਉਹਦੇ ਵਿੱਚ ਰੱਖਿਆ ਆ, ਉਹਨੂੰ 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 ਵਰਤੀਏ ਤੇ ਸਹੀ, ਵਰਤ ਕੇ ਦੇਖੀਏ ਤੇ ਸਹੀ ਵੀ ਹੁੰਦਾ ਕੀ ਹੈ। ਉਹਨੂੰ ਜਦੋਂ ਵਰਤਾਂਗੇ, ਅਕਲੀ ਸਾਹਿਬ ਸੇਵੀ ਹੈ, ਜਦੋਂ ਅਕਲ ਦੇ ਨਾਲ ਆਪ ਕੋਸ਼ਿਸ਼ ਕਰਾਂਗੇ, ਭਏ ਕਿਰਪਾਲ, ਉਹਦੀ ਕਿਰਪਾ ਦੇ ਪਾਤਰ ਬਣਾਂਗੇ। ਕੋਈ ਸ਼ੱਕ ਸ਼ੁਭਾ ਹੀ ਨਹੀਂ ਹੈ, ਕੋਈ ਦੂਜੀ ਰਾਏ ਨਹੀਂ ਹੈ ਕਿ ਉਸ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਏਗੀ। ਅੱਛਾ, ਹੁਣ ਇੱਥੇ ਬੜਾ ਇੰਪੋਰਟੈਂਟ ਹੈ ਜਿਹੜਾ ਆ ਦੁੱਖ ਬਿਨਸੇ ਸੁਖ ਕੀਆ ਨਿਵਾਸਾ। ਇੱਥੇ ਬੜੀ ਇੰਪੋਰਟੈਂਟ ਗੱਲ ਹੈ, ਦਰਸ਼ਨ ਕਰਨੇ ਨੇ ਸਾਰਿਆਂ ਨੇ ਗੁਰਬਾਣੀ ਦੇ। ਅੱਗੇ ਉਸੇ ਚੀਜ਼ ਨੂੰ ਉਲਟਾਉਂਦੇ ਨੇ, ਕਹਿੰਦੇ ਤ੍ਰਿਸ਼ਨਾ ਜਲ ਨੇ ਬੁਝਾਈ, ਦੁੱਖ ਬਿਨਸੇ ਸੁਖ ਕੀਆ ਨਿਵਾਸਾ, ਤ੍ਰਿਸ਼ਨਾ ਜਲ ਨੇ ਬੁਝਾਈ। ਹੁਣ ਆ ਜਿਹੜਾ ਦੁੱਖ ਹੈ, ਇਹ ਦੁੱਖ ਦੇ ਜਿਹੜੇ ਸਪੈਲਿੰਗਸ ਨੇ, ਇੱਥੇ ਔਂਕੜ ਹੋਣਾ ਸੀ, ਇੱਥੇ ਸੁਖ ਕੀਆ ਨਿਵਾਸਾ, ਇੱਥੇ ਖੱਖੇ ਨੂੰ ਵੀ ਔਂਕੜ ਹੋਣਾ ਸੀ, ਪਰ ਇਹ ਅਕਾਲ ਪੁਰਖ ਪ੍ਰਮਾਤਮਾ ਜਾਣਦੇ ਨੇ, ਅਭਿਆਸੀ ਸੱਜਣ ਜਾਣ ਪਾਣਗੇ। ਅਸੀਂ ਇੱਥੇ ਕੋਈ ਕਮੈਂਟ ਨਹੀਂ ਕਰਨਾ। ਸਿਮਰਤਪਾਲ ਜੀ, ਤੁਸੀਂ ਮੇਰਾ ਖਿਆਲ ਕੋਈ ਉਂਗਲ ਵੱਜ ਰਹੀ ਆ, ਅੱਗੇ ਲਕੀਰਾਂ ਸਕਰੀਨ ਦੇ ਉੱਤੇ ਆਈ ਜਾ ਰਹੀਆਂ ਨੇ, ਇਹਨੂੰ ਪਲੀਜ਼ ਠੀਕ ਕਰਨ ਦੀ ਕੋਸ਼ਿਸ਼ ਕਰਿਓ। 1 ਸੈਕਿੰਡ ਵੇਟ ਕਰਿਓ ਜੀ, 1 ਸੈਕਿੰਡ ਵੇਟ ਕਰਿਓ। ਹਾਂਜੀ, ਹੁਣ ਜਿਹੜਾ ਸੁੱਖ ਨੇ ਨਿਵਾਸ ਅੰਦਰ ਕਰਨਾ, ਉਹ ਸੁੱਖ ਹੈ ਹੀ ਪ੍ਰਮਾਤਮਾ ਦੇ ਮਿਲਾਪ ਦਾ ਸੁੱਖ ਹੈ, ਪ੍ਰਮਾਤਮਾ ਦੇ ਮਿਲਾਪ ਦਾ ਸੁੱਖ ਹੈ। ਤਾਈਓ ਤ੍ਰਿਸ਼ਨਾ ਜਲ ਨੇ ਬੁਝਾਈ, ਮਾਇਆ ਤੋਂ ਉਪਰਾਮ ਹੋਵਾਂਗੇ ਜੇਕਰ ਅਕਾਲ ਪੁਰਖ ਅੰਦਰ ਹੋਏਗਾ। ਹਾਂ, ਜਦੋਂ ਮਾਇਆ ਤੋਂ ਉਪਰਾਮ ਹੋਵਾਂਗੇ, ਦਵੈਤ ਤੋਂ ਪਰੇ ਚਲੇ ਗਏ, ਦੂਜਾ ਭਾਵ ਮਿਟ ਗਿਆ, ਤਾਂ ਪਹਿਲਾ ਜਿਹੜਾ ਹੈ, ਇੱਕ ਜਿਹੜਾ ਹੈ ਪ੍ਰਮਾਤਮਾ, ਉਹ ਸਾਡੇ ਅੰਦਰ ਪ੍ਰਗਟ ਹੋ ਜਾਏਗਾ। ਤਾਂ ਕਿ ਇਹ ਦੁੱਖ ਬਿਨਸੇ ਸੁਖ ਕੀਆ ਨਿਵਾਸਾ। ਅੱਗੇ ਨਾਮ ਦੇ ਮੰਮੇ ਨੂੰ ਔਂਕੜ ਹੈ, ਨਿਧਾਨ ਦੇ ਨੰਨੇ ਨੂੰ ਔਂਕੜ ਹੈ, ਸਤ ਗੁਰੂ ਦ੍ਰਿੜਾਇਆ। ਵੈਰੀ ਇੰਪੋਰਟੈਂਟ ਗੱਲ, ਜਿੱਥੇ ਵੀ ਕਿਤੇ ਨਾਮ ਦ੍ਰਿੜ ਕਰਨ ਦੀ ਗੱਲ ਆਏਗੀ, ਉੱਥੇ ਸਤਿਗੁਰੂ ਦਾ ਜ਼ਿਕਰ ਆਏਗਾ। ਉੱਥੇ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ। ਗੁਰਬਾਣੀ ਪੜ੍ਹ ਕੇ ਦੇਖ ਲਓ, ਸਿਸਟਮ 'ਚ ਆ ਕੇ ਦੇਖ ਲਓ, ਜਿੱਥੇ ਵੀ ਨਾਮ ਨੂੰ ਦ੍ਰਿੜ ਕਰਨ ਦੀ ਗੱਲ ਆਏਗੀ, ਨਾਲ ਸਤਿਗੁਰੂ ਦਾ ਜ਼ਿਕਰ ਆਏਗਾ, ਕਿਉਂਕਿ ਉਸ ਤੋਂ ਬਿਨਾਂ ਕੋਈ ਨਾਮ ਦ੍ਰਿੜ ਕਰ ਹੀ ਨਹੀਂ ਸਕਦਾ, ਕਿਰਪਾ ਕੋਈ ਕਰ ਹੀ ਨਹੀਂ ਸਕਦਾ। ਸਾਰੀ ਗੁਰਬਾਣੀ 'ਚ ਇਹ ਸਿਸਟਮ ਲਾਗੂ ਹੋਏਗਾ। ਹੁਣ ਸਤਿਗੁਰੂ ਪ੍ਰਗਟ ਹੋਇਆ, ਸੁਖ ਕੀਆ ਨਿਵਾਸਾ, ਸਤਿਗੁਰੂ ਅੰਦਰ ਪ੍ਰਗਟ ਹੋਇਆ, ਬਿਨਸ ਨਾ ਆਵੈ ਜਾਈ, ਅਜੂਨੀ ਹੋ ਗਿਆ। ਬੰਦਾ, ਮਨੁੱਖ, ਸਿੱਖ, ਨਾਮ ਅਭਿਆਸੀ, ਉਹ ਕਦੇ ਬਿਨਸੇਗਾ ਨਹੀਂ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਭਿਆਸੀ ਦੇ ਵਿੱਚ ਵੀ ਪ੍ਰਮਾਤਮਾ ਦੇ ਗੁਣ ਆ ਗਏ। ਨਾ ਆਵੈ ਜਾਈ, ਬਿਨਸੇ ਨਾ, ਇਹ ਫਿਰ ਉਹ ਦੇਲੀ ਦੀਪਕ ਆ ਗਿਆ। ਇਹ ਅੱਖਰ ਨੰਨਾ ਇੱਧਰ ਵੀ ਲੱਗਣਾ ਤੇ ਅਗਲੇ ਬੰਨੇ ਵੀ ਲੱਗਣਾ। ਨਾ ਉਹ ਬਿਨਸੇਗਾ, ਨਾ ਉਹ ਮੁੜ ਕੇ ਜੂਨਾ ਚਾਹੇਗਾ। ਕਿਉਂ? ਕਿਉਂਕਿ ਉਹਨੇ ਨਾਮ ਅਭਿਆਸ ਕਰਕੇ, ਨਾਮ ਜਪ ਕੇ ਮਾਇਆ ਦੇ ਬੰਧਨ ਤੋੜ ਲਏ ਆ, ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਸਾਧ ਦੀ ਸੰਗਤ ਦੇ ਵਿੱਚ ਨਿਹਾਲ 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 ਹੋ ਰਿਹਾ, ਛੁੱਟ ਗਿਆ। ਸਟੈਪ ਨੰਬਰ 2, 8 ਪਹਿਰ ਹਰ ਭਗਤੇ ਪ੍ਰੇਮ ਰਸ ਮਾਤਾ। ਇਹ ਅੱਜ ਖੋਲੀਏ ਮਾੜਾ ਜਾ ਵੀ ਇਹ 8 ਪਹਿਰ ਹਰ ਕੇ ਗੁਣ ਗਾਵੇ, ਇਹ ਕਿੱਦਾਂ ਗੱਲ ਬਣੂਗੀ? ਕਿਉਂਕਿ ਖੇਡ ਸਾਰੀ ਸੁਰਤੀ ਦੀ ਹੈ। ਇੱਕ ਮੈਂ ਐਗਜ਼ਾਮਪਲ ਲੈਣਾ, ਗੁਰਮੁਖਾਂ ਨਾਲ ਕੱਲ ਵਿਚਾਰ ਹੋ ਰਹੀ ਸੀ।
ਇੱਕ ਇੰਗਲੈਂਡ ਦੇ ਵਿੱਚ ਬੜਾ ਰਿਵਾਜ ਹੈ ਜੀ ਕਾਰਨਰ ਸ਼ਾਪ ਦਾ। ਆ ਜਿਹੜੇ ਵਾਲਮਾਰਟ ਵਗੈਰਾ ਜਾਂ ਹੋਰ ਉੱਥੇ ਸੇਨਸਬਰੀ ਇੱਕ ਸ਼ਾਪ ਹੈ, ਲੇਕਿਨ ਉੱਥੇ ਤਕਰੀਬਨ ਹਰ ਗਲੀ ਦੇ, ਹਰ ਸਟਰੀਟ ਦੇ ਕੋਨੇ ਤੇ, ਹਰ ਤੇ ਨਹੀਂ ਕਹਿ ਸਕਦੇ, ਜਿੱਥੇ ਜਿੱਥੇ ਪਰਮਿਸ਼ਨ ਜਾਂ ਜਿੱਥੇ ਜਿੱਥੇ ਬਾਜ਼ਾਰ ਹੈ ਉੱਥੇ ਕਾਰਨਰ ਸ਼ਾਪਸ ਖੁੱਲ੍ਹਦੀਆਂ ਨੇ, ਜਿੱਦਾਂ ਗਰੋਸਰੀ ਸ਼ਾਪ ਛੋਟੀਆਂ, ਜਿੱਥੋਂ ਰੋਜ਼ਮर्रा ਦੀਆਂ ਚੀਜ਼ਾਂ ਆਪਾਂ ਲੈ ਸਕਦੇ ਹਾਂ। ਹੁਣ ਮੈਂ ਐਗਜ਼ਾਮਪਲ ਲੈਣ ਲੱਗਾ ਕਿ ਇੱਕ ਬੰਦਾ ਦੁਕਾਨ ਦਾ ਮਾਲਕ ਹੈ, 8 ਪਹਿਰ ਦੀ ਮੈਂ ਐਗਜ਼ਾਮਪਲ ਲੈ ਕੇ ਇਹ ਚੀਜ਼ ਆਪ ਜੀ ਨੂੰ ਕਲੀਅਰ ਕਰਨ ਲੱਗਾ। ਇੱਕ ਬੰਦਾ ਉਸ ਸ਼ਾਪ ਦਾ ਮਾਲਕ ਹੈ ਤੇ ਉੱਥੇ ਜਿਹੜੇ ਆ ਉਹ ਸਟਰੀਟ ਸ਼ਾਪ ਹੈ, ਜਿਹੜੀ ਕਾਰਨਰ ਸ਼ਾਪ ਹੈ, ਉੱਥੇ ਜਿਹੜੇ ਕਸਟਮਰਸ ਆਉਣਗੇ ਉਹ ਤਕਰੀਬਨ ਸਾਰੇ ਹੀ ਉਸ ਮਾਲਕ ਨੂੰ ਜਾਣਦੇ ਹੋਣਗੇ, ਬਿਕੋਜ਼ ਉਹ ਉਸ ਰੈਜ਼ੀਡੈਂਸ਼ੀਅਲ ਏਰੀਏ ਦੇ ਵਿੱਚ ਹੀ ਰਹਿੰਦੇ ਆ ਜਿੱਥੇ ਉਹ ਸ਼ਾਪ ਹੈ। ਆਂਢੀ ਗੁਆਂਢੀ, ਉਸ ਗਲੀ ਦੇ, ਅਗਲੀ ਗਲੀ ਦੇ, ਆਮਣੇ ਸਾਹਮਣੇ ਦੇ ਬੰਦੇ ਹੀ ਉੱਥੇ ਸ਼ਾਪਿੰਗ ਕਰਨ ਆਉਣਗੇ। ਅੱਛਾ ਜੀ, ਹੁਣ ਕੀ ਹੁੰਦਾ, ਮਾਲਕ ਜਿਹੜਾ ਹੈ ਉਹ ਦੁਕਾਨ ਤੇ ਖੜਾ ਹੈ, ਸ਼ਾਪ ਤੇ ਖੜਾ ਹੈ, ਟਿਲ ਤੇ ਖੜਾ ਹੈ। ਇੱਕ ਬੰਦਾ ਉੱਥੇ ਨਵਾਂ ਆ ਜਾਂਦਾ, ਨਵਾਂ ਬੰਦਾ ਇੱਕ ਆ ਗਿਆ। ਉਹ ਜਿਹੜਾ ਸ਼ਾਪ ਦਾ ਓਨਰ ਹੈ, ਬੜੀ ਅੱਛੀ ਸੇਵਾ ਕਰ ਰਿਹਾ, ਉਹ ਆਪਣਾ ਕੰਮ ਬਿਲਕੁਲ ਉਸੇ ਤਰ੍ਹਾਂ, ਹਾਂਜੀ ਆ ਕੋਲਡ ਡਰਿੰਕ ਦੀ ਬੋਟਲ ਹੈ, ਕੋਕ ਦੀ ਬੋਟਲ ਹੈ, ਕੋਕ ਦਾ ਕੈਨ ਹੈ $1 ਦਾ, ਆ ਸਵੀਟਸ ਨੇ ਇਹ $1.25 ਦੀਆਂ, ਫਲਾਣੀ ਚੀਜ਼ ਇਹ $1.5 ਦੀ ਆ। ਉਹ ਨਵਾਂ ਬੰਦਾ ਜਦੋਂ ਅੰਦਰ ਐਂਟਰ ਹੁੰਦਾ ਹੈ, ਉਹ ਸ਼ਾਪਕੀਪਰ ਦੇਖਦਾ ਵੀ ਇਹ ਬੰਦਾ ਕਦੇ ਨਹੀਂ ਦੇਖਿਆ, ਇਹ ਬਾਹਰੋਂ ਆਇਆ ਕਿਤੇ, ਉਹ ਨਵਾਂ ਇਸ ਏਰੀਏ ਦਾ ਬੰਦਾ ਨਹੀਂ ਹੈ। ਉਹ ਨਵੇਂ ਬੰਦੇ ਨੇ ਆ ਕੇ ਕੋਕ ਦਾ ਕੈਨ ਚੱਕਿਆ ਤੇ ਉਸ ਸ਼ਾਪ ਦੇ ਮਾਲਕ ਨੇ ਕੀ ਕੀਤਾ, ਉਹਨੂੰ $1.5 ਚਾਰਜ ਕਰ ਲਿਆ, ਕਿਉਂਕਿ ਉਹ ਬੰਦਾ ਨਵਾਂ ਹੈ, ਉਹ ਨਹੀਂ ਇੱਥੇ ਰਹਿੰਦਾ, ਰੋਜ਼ ਨਹੀਂ ਚੀਜ਼ਾਂ ਖਰੀਦਦਾ। ਉਹ ਪਤਾ ਉਸ ਬੰਦੇ ਨੂੰ ਵੀ ਹੈ, ਜਿਹੜਾ ਗਾਹਕ ਬਣ ਕੇ ਆਇਆ ਵੀ ਹੈ, ਵੀ ਇਹ $1 ਦਾ ਹੀ ਕੈਨ ਹੈ, ਲੇਕਿਨ ਮੈਨੂੰ ਅੱਜ ਇਹਨੇ 1.5 ਦਾ ਲਾ ਲਿਆ। ਸੋ ਮੈਂ ਗੱਲ ਕਰਨ ਲੱਗਾ ਸੁਰਤੀ ਦੀ। ਉਸ ਸ਼ਾਪਕੀਪਰ ਦੀ, ਓਨਰ ਦੀ ਸੁਰਤੀ ਵਿਗੜ ਗਈ। ਉਹਨੇ ਦੇਖ ਲਿਆ ਵੀ ਇਹ ਨਵਾਂ ਬੰਦਾ ਆਇਆ, ਇਹਨੂੰ ਵੱਧ ਪੈਸੇ ਚਾਰਜ ਕਰ ਲਓ। ਇਹ 8 ਪਹਿਰ ਹਰ ਕੇ ਗੁਣ ਗਾਵੇ ਦਾ ਮਤਲਬ ਹੈ, ਅੱਜ ਆਪਾਂ ਖੋਲਣ ਲੱਗੇ ਹਾਂ, ਨਾਮ ਅਭਿਆਸ ਘੰਟਾ ਕਰੋ, 2 ਘੰਟੇ ਕਰੋ, 3 ਘੰਟੇ ਕਰੋ, ਇਹ ਆਪ ਜੀ ਦੀ ਸਮਰੱਥਾ ਹੈ। ਲੇਕਿਨ ਸੁਰਤੀ ਜਿਹੜੀ ਹੈ, ਸੁਰਤੀ ਦੇ ਵਿੱਚ ਪਰਮਾਤਮਾ ਰਹਿਣਾ ਚਾਹੀਦਾ ਹੈ, ਯਾਦ ਉਹਦੀ ਰਹਿਣੀ ਚਾਹੀਦੀ ਹੈ, ਉਹਦੀ ਭੈ ਭਾਵਨੀ ਰਹਿਣੀ ਚਾਹੀਦੀ ਹੈ, ਤਾਂ ਕਿ ਕੋਈ ਵੀ ਜਿਹੜੀ ਮਾੜੀ ਗੱਲ ਹੈ ਉਹ ਅੰਦਰ ਐਂਟਰ ਨਾ ਹੋ ਸਕੇ, ਦਵੈਤ ਜਿਹੜਾ ਵੱਧ ਨਾ ਸਕੇ। ਅਸੀਂ ਤੈਨੂੰ ਘਟਾਉਣਾ ਤੇ ਉਹ ਦਵੈਤ ਵੱਧ ਗਿਆ ਤੇ ਸਾਡਾ ਜਿਹੜਾ ਕੰਮ ਹੈ ਉਹ ਪਿੱਛੇ ਨੂੰ ਆ ਜਾਏਗਾ। ਇਹੀ ਕੁਛ ਸਾਰੀ ਸਿੱਖੀ ਨਾਲ, ਸਾਰੀ ਦੁਨੀਆ ਨਾਲ ਹੋ ਰਿਹਾ ਵਾ। ਉਹ ਬਾਣੀ ਵੀ ਪੜ੍ਹੀ ਜਾਂਦੇ ਆ, ਮੋਰ ਉਹ ਬਾਣੇ ਬੁਣ ਸੋਰ ਸਭ ਕੁਝ, ਰਹਿਣ ਸਬਾਈਆਂ ਸਾਰਾ ਕੁਝ ਕਰੀ ਜਾਂਦੇ ਆ, ਪਰ ਲੇਕਿਨ ਜਿੱਥੇ ਕਿਤੇ ਮਾੜੀ ਜਿੰਨੀ ਵੀ ਕੋਈ ਆਉਂਦੀ ਹੈ ਫਾਇਦਾ ਚੱਕਣ ਦੀ, ਵੀ ਇੱਥੇ ਮੈਨੂੰ ਵੱਧ ਪੈਸਾ ਬਣ ਜੂ, ਇਹਦੇ ਨਾਲ ਮੈਂ ਇੱਦਾਂ ਕਰ ਲਾਂ, ਮੇਰੀ ਜਿਹੜੀ ਉਹ ਅਰਨਿੰਗ ਹੈ ਉਹ ਵੱਧ ਜਾਏਗੀ, ਉਹ ਬੰਦਾ ਉੱਥੇ ਮਾਰ ਖਾ ਜਾਂਦਾ। ਉਹ ਓਨੈਸਟੀ ਨਹੀਂ ਹੈ, ਓਨੈਸਟੀ ਨਹੀਂ ਹੈ, ਇਮਾਨਦਾਰੀ ਨਹੀਂ ਹੈ, ਦਿਆਨਤਦਾਰੀ ਨਹੀਂ ਹੈ। ਕਿਉਂ? ਕਿਉਂਕਿ ਭਰੋਸਾ ਨਹੀਂ ਹੈ, ਪ੍ਰਤੀਤ ਨਹੀਂ ਹੈ, ਗੁਰੂ ਨਾਲ ਕਮਿਟਮੈਂਟ ਨਹੀਂ ਹੈ, ਕਮਿਟਮੈਂਟ ਨਹੀਂ ਹੈ। ਇਹ ਆਪਣਾ ਐਨਾਲਿਸਿਸ ਆਪ ਕਰਨਾ, ਮੈਂ ਵੀ ਆਪਣਾ ਕਰਦਾ, ਤੁਸੀਂ ਵੀ ਆਪਣਾ ਆਪ ਕਰਨਾ, ਕਿਸੇ ਤੇ ਉਂਗਲ ਨਹੀਂ ਚੱਕਣੀ, ਕਿਸੇ ਨੂੰ ਜੱਜ ਨਹੀਂ ਕਰਨਾ। ਅੱਛਾ ਜੀ, ਹੁਣ 8 ਪਹਿਰ ਹਰ ਕੇ ਗੁਣ ਗਾਵੈ, ਭਗਤੇ ਪ੍ਰੇਮ ਰਸ ਮਾਤਾ। ਹੁਣ ਉਹ ਅਭਿਆਸੀ ਕੀ ਕਰਦਾ ਹੈ, ਜਿਹਦੇ ਮਾਇਆ ਦੇ ਬੰਧਨ ਟੁੱਟੇ ਹੈ, ਉਹ ਲਗਾਤਾਰ ਜਪਣ ਦੀ ਅਵਸਥਾ ਤੋਂ ਥੋੜਾ ਜਿਹਾ ਉੱਪਰ ਉੱਠ ਗਿਆ। 8 ਪਹਿਰ ਹਰ ਕੇ ਗੁਣ ਗਾਵੈ, ਠੀਕ ਹੈ, ਉਹ ਗਾ ਤੇ ਰਿਹਾ, ਉਹਨੂੰ ਸ਼ਬਦ ਅਭਿਆਸ ਸੁਣ ਵੀ ਰਿਹਾ, ਲੇਕਿਨ ਉਹਦੀ ਸੁਰਤੀ ਦੇ ਵਿੱਚ ਉਹ ਨਾਮ ਰਹਿ ਰਿਹਾ, ਪਰਮਾਤਮਾ ਦਾ ਪ੍ਰਤੀਤ, ਭਰੋਸਾ, ਪ੍ਰੇਮ, ਕਮਿਟਮੈਂਟ ਹੈ। ਇਸ ਕਰਕੇ ਇਸ ਚੀਜ਼ ਨੂੰ ਆਪਾਂ ਕੰਟੀਨਿਊ ਕਰ ਪਾਵਾਂਗੇ, ਪਰ ਜਦੋਂ ਮਾਇਆ ਦੇ ਬੰਧਨ ਟੁੱਟ ਜਾਣਗੇ,
ਇਹ ਬਣ ਜਾਏਗਾ ਸਿਮਰਨ, ਸਮਰਨ। ਜਿਹੜਾ ਆਪਣੇ ਆਪ ਅੰਦਰ ਰਹੇਗਾ ਉਹ ਸੁਰਤੀ ਟਿਕੀ ਰਹੇਗੀ ਉਸ ਸ਼ਬਦ ਦੇ ਵਿੱਚ। ਪ੍ਰੇਮ ਰਸੇ ਮਾਤਾ, ਉਸ ਦੇ ਵਿੱਚ ਗੁੜੁੱਚ ਹੋਇਆ ਰਹੇਗਾ ਅਭਿਆਸੀ, ਗੜੁੰਦਿਆ ਰਹੇਗਾ ਅਭਿਆਸੀ ਉਸ ਨਾਮ ਰਸ ਦੇ ਵਿੱਚ, ਉਸ ਭਗਤੀ ਦੇ ਵਿੱਚ। ਤੇ ਹੋਏਗਾ ਕਿ ਹਰ ਸੋਗ ਦੋਹ ਮਾਹੇ ਨਿਰਾਲਾ। ਅੱਛਾ, ਨਾ ਉਹਨੂੰ ਕੋਈ ਖੁਸ਼ੀ ਗਮੀ ਦਾ ਕੁਛ ਨਹੀਂ, ਐਨ ਨਿਰਲੇਪ ਰਹੇਗਾ ਉਹ, ਨਿਰਾਲਾ, ਉਹਨੂੰ ਕੋਈ ਫਰਕ ਨਹੀਂ ਪਏਗਾ। ਕਿਉਂ? ਕਰਨੇ ਹਾਰ ਪਛਾਤਾ, ਉਹਨੇ ਮਿਹਨਤ ਕੀਤੀ ਹੈ, ਉਹ ਨਾਮ ਜਪ ਜਪ ਕੇ ਮਾਇਆ ਦੇ ਬੰਧਨ ਉਹਦੇ ਟੁੱਟ ਚੁੱਕੇ ਆ। ਕਰਨੇ ਹਾਰ ਪਛਾਤਾ ਦਾ ਮਤਲਬ ਹੈ ਉਹਨੇ ਉਸ ਅਕਾਲ ਪੁਰਖ ਨੂੰ ਪਛਾਣ ਲਿਆ। ਪਛਾਤਾ ਕਿਸ ਤਰ੍ਹਾਂ? ਨਾਮ ਜਪ ਜਪ ਕੇ। ਪਛਾਤਾ ਹੈ ਹੀ ਨਾਮ ਜਪਣਾ। ਕਿਉਂ? ਕਿਉਂਕਿ ਹਰ ਜਪੇ ਮਾਇਆ ਬੰਧਨ ਟੂਟੇ। ਬੜਾ ਉੱਚੀ ਅਵਸਥਾ ਦਾ ਇਹ, ਸਾਡੇ ਵਰਗੇ ਤੇ ਕਿਤੇ ਇਹ ਸ਼ਬਦ ਦੇ ਨੇੜੇ ਤੇੜੇ ਵੀ ਨਹੀਂ। ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ। ਜਦੋਂ ਇਹ ਜਿਹੜਾ ਅਭਿਆਸੀ ਛੁੱਟਿਆ ਹੈ ਮਾਇਆ ਦੇ ਜੰਜਾਲ ਚੋਂ, ਜਨਮਾਂ ਮਰਨਾਂ ਦੇ ਗੇੜ ਚੋਂ, ਇਹ ਅਵਸਥਾ ਉਹਦੀ ਹੈ ਸਾਰੀ। ਅੱਛਾ, ਫਿਰ ਉਹ ਅਭਿਆਸੀ ਸਮਝਦਾ ਕੀ ਹੈ? ਜਿਸ ਕਾ ਸਾ ਤਿਨ ਹੀ ਰੱਖ ਲਿਆ, ਸਗਲ ਜੁਗਤੇ ਬਣ ਆਈ। ਹੁਣ ਇੱਥੇ ਜੁਗਤ ਲਫ਼ਜ਼ ਨੂੰ ਸਮਝਣਾ, ਜੁਗਤ ਹੁੰਦੀ ਟੈਕਨੀਕ, ਜੁਗਾੜ। ਜੁਗਤ ਜੁਗਾੜ, ਟੈਕਨੀਕ। ਕਹਿੰਦੇ ਵੀ ਸਾਰਾ ਕੁਛ ਹੀ, ਜਿੱਦਾਂ ਹੁਣ ਪੰਜਾਬੀ 'ਚ ਮੈਂ ਲੇਮੈਨ ਲੈਂਗੁਏਜ ਬੋਲੂੰਗਾ ਵੀ ਹਾਥੀ ਦੇ ਪੈਰ 'ਚ ਹੀ ਸਾਰੇ ਕੁਛ ਆ ਗਿਆ। ਹਾਥੀ ਦੇ ਪੈਰ 'ਚ ਹੀ ਸਾਰੇ ਪੈਰ ਆ ਗਏ। ਜਿਸ ਕਾ ਸਾਥ ਤਿਨ ਹੀ ਰੱਖ ਲਿਆ, ਸਗਲ ਜੁਗਤ ਬਣ ਆਈ। ਨਾਮ ਅਭਿਆਸ ਦੇ ਨਾਲ ਕੋਈ ਉਹ ਅਭਿਆਸੀ ਮੰਗ ਨਹੀਂ ਕਰਦਾ ਧੀਆਂ ਪੁੱਤਰਾਂ ਦੀ, ਕੋਈ ਉਹ ਅਭਿਆਸੀ ਪ੍ਰਾਪਰਟੀ ਦੀ, ਜੌਬ ਦੀ, ਕਾਰੋਬਾਰ 'ਚ ਵਾਧੇ ਦੀ ਮੰਗ ਨਹੀਂ ਕਰ ਰਿਹਾ। ਉਹ ਜੁਗਾੜ ਉਹਦਾ ਆਪਣੇ ਆਪ ਹੀ ਲੱਗ ਗਿਆ, ਕਿਉਂਕਿ ਉਹ ਨਾਮ ਅਭਿਆਸ ਕਰ ਰਿਹਾ। ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਅਭਿਆਸ ਕਰ ਕਰਕੇ। ਸੋ ਸਾਰੇ ਬਾਕੀ ਉਹਦੇ ਜੁਗਾੜ ਆਪੇ ਆਪ ਫਿੱਟ ਹੋ ਗਏ। ਉਹਦੀ ਸਾਰਾ ਜੀਵਨ ਸਫਲ ਹੋ ਗਿਆ। ਸਗਲ ਜੁਗਤ ਬਣ ਆਈ। ਕਿਉਂਕਿ ਫਿਰ ਅੱਗੇ ਕੀ ਕਹਿੰਦੇ? ਕਹੋ ਨਾਨਕ ਪ੍ਰਭ ਪੁਰਖ ਦਿਆਲਾ, ਕੀਮਤ ਤੇ ਕਹਿਣ ਨਾ ਜਾਈ। ਹੁਣ ਇੱਥੇ ਨਹੀਂ ਆ ਵੀ ਨਾਨਕ ਕਹਿ ਰਿਹਾ ਵਾ, ਹਾਹੇ ਨੂੰ ਔਂਕੜ ਹੈ, ਉਹੀ ਜਿਹੜਾ ਪਾਪੇ ਨੂੰ ਔਂਕੜ ਲਾਗੂ ਹੁੰਦਾ, ਉਹੀ ਇੱਥੇ ਲਾਗੂ ਕਰਨਾ। ਨਾਨਕ ਤੇ ਜਰਾ ਕ ਨਾਨਕ ਦੇ ਅੱਖਰ ਦੇ ਉੱਤੇ ਜਰਾ ਕ ਅੰਗੂਠਾ ਰੱਖੋ। ਕਹੋ, ਨਾਨਕ ਵੀ ਇਸ ਨਾਮ ਨੂੰ ਕਹਿ ਰਿਹਾ, ਤੁਸੀਂ ਵੀ ਕਹੋ। ਨਾਨਕ ਦੇ ਘਰ ਦੇ ਨਾਮ ਨੂੰ ਤੁਸੀਂ ਵੀ ਕਹੋ। ਪ੍ਰਭ ਪੁਰਖ ਦਿਆਲਾ, ਕੀਮਤ ਤੇ ਕਹਿਣ ਨਾ ਜਾਈ। ਇਹਦੀ ਕੋਈ ਮੈਚ ਨਹੀਂ ਹੈ, ਇਹਦੇ ਵਰਗਾ ਕੋਈ ਦੂਜਾ ਕੰਮ ਨਹੀਂ ਹੈ। ਇਸੇ ਕਰਕੇ ਕਿਸੇ ਹੋਰ ਕੰਮ ਨੂੰ ਅਹਿਮੀਅਤ ਨਹੀਂ ਦਿੱਤੀ ਗਈ, ਇਸੇ ਕਰਕੇ ਨਹੀਂ ਦਿੱਤੀ ਗਈ। ਅਗਲੀ ਵਾਰੀ ਅਸੀਂ 2 ਸ਼ਬਦ ਲਵਾਂਗੇ। ਅਸੀਂ ਹੁਣ ਜੱਜਾ ਪੱਪਾ ਪੱਪੇ ਨੂੰ ਔਂਕੜ ਚੰਗੀ ਤਰ੍ਹਾਂ ਨਖੇੜ ਦਿੱਤਾ ਹੈ। ਕਿਸੇ ਦਾ ਕੋਈ ਸਵਾਲ ਹੋਏ, ਅੱਜ ਨਹੀਂ, ਆਪਾਂ ਨੈਕਸਟ ਟਾਈਮ ਜਾਂ 1-2 ਸੰਡੇਜ਼ ਦੇ ਬਾਅਦ ਆਪਾਂ ਇੱਕ ਸੈਸ਼ਨ ਸਿਰਫ ਡਿਸਕਸ਼ਨ ਦਾ ਰੱਖਾਂਗੇ। ਜੱਜਾ ਪੱਪਾ ਪੱਪੇ ਨੂੰ ਔਂਕੜ ਆਪਾਂ ਪੂਰਾ ਕਰ ਲਿਆ, ਔਰ ਪੱਪੇ ਨੂੰ ਸਿਹਾਰੀ ਆਪਾਂ ਅੱਜ ਸਿੱਖ ਲਈ ਹੈ ਕਿ ਨਾਮ ਜਪ ਕੇ। ਔਰ ਦੂਸਰਾ ਟੂਕ ਮਾਤਰ ਮੈਂ ਦੱਸ ਦਿੱਤਾ ਮਿਸਟੇਕਸ ਦੇ ਬਾਰੇ, ਕਿਸ ਤਰ੍ਹਾਂ ਮਿਸਟੇਕਸ ਹੋਈਆਂ ਨੇ। ਔਰ ਸਭ ਤੋਂ ਵੱਧ ਮਿਸਟੇਕ ਜਿਹੜੀ ਹੋਈ ਆ ਉਹ ਔਂਕੜ ਦੀ ਹੋਈ ਹੈ, ਕਿਉਂਕਿ ਇਹ ਥੱਲੇ ਲੱਗਣਾ ਸੀ ਛਾਪੇ ਖਾਨਿਆਂ ਦੇ ਵਿੱਚ। ਆਪਾਂ ਸਾਰਿਆਂ ਨੂੰ ਪਤਾ ਆਪਣਾ ਐਨਾਲਿਸਿਸ ਆਪ ਕਰਨਾ, ਪਰ ਸਾਡੀ ਕੋਈ ਹੈਸੀਅਤ ਨਹੀਂ ਹੈ ਅਸੀਂ ਇਹਨੂੰ ਅੱਖਰਾਂ ਨੂੰ ਚੇਂਜ ਕਰ ਸਕੀਏ। ਜਿੱਦਾਂ ਹੈ ਕੋਈ ਪੰਥ ਦਾ ਕੋਈ ਮੋਹਰੀ ਆਣਗੇ, ਉਹ ਕੋਈ ਫੈਸਲਾ ਕਰਨਗੇ, ਆਪੇ ਕਰਨਗੇ ਉਹ। ਪਰ ਅਸੀਂ ਸਿਰਫ ਤੇ ਸਿਰਫ ਸਾਡਾ ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਜੋ ਸਾਨੂੰ ਗੁਰਬਾਣੀ 'ਚੋਂ ਗਿਆਨ ਮਿਲਦਾ ਅਸੀਂ ਉਹਦੇ 'ਤੇ ਅਮਲ ਕਰਨਾ ਔਰ ਉਹਨੂੰ ਆਪਣੀ ਪ੍ਰੈਕਟਿਸ 'ਚ ਲੈ ਕੇ ਆਉਣਾ। ਅੱਜ ਦੀ ਬੈਠਕ ਆਪਾਂ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ